ਸਿੱਖ ਧਰਮ ਦਾ ਆਧਾਰ ਕੀ ਹੈ? ਬਹੁਤੇ ਲੋਕ ਸੋਚਦੇ ਹਨ ਕਿ ਸਿੱਖ ਧਰਮ ਰੱਬ ਬਾਰੇ ਗੱਲ ਕਰ ਰਿਹਾ ਹੈ, ਪਰ ਬਹੁਤ ਹੀ ਘੱਟ ਸਾਨੂੰ ਇਹ ਪ੍ਰਸ਼ਨ ਪੁੱਛਣ ਦਾ ਮੌਕਾ ਮਿਲਦਾ ਹੈ ਕਿ ਰੱਬ ਕੀ ਹੈ। ਜਦੋਂ ਅਸੀਂ ਰੱਬ ਬਾਰੇ ਸੋਚਦੇ ਹਾਂ ਤਾਂ ਤੁਹਾਡੇ ਦਿਮਾਗ ਵਿੱਚ ਕਿਹੜੀ ਤਸਵੀਰ ਆਉਂਦੀ ਹੈ? ਰੱਬ ਤੁਹਾਨੂੰ ਦੇਖਣ ਵਿੱਚ ਕਿਹੋ ਜਿਹਾ ਲੱਗਦਾ ਹੈ? ਜ਼ਿਆਦਾਤਰ ਭਾਵੇਂ ਅਸੀਂ ਇਸ ਨੂੰ ਸਵੀਕਾਰ ਕਰੀਏ ਜਾਂ ਨਾ ਕਰੀਏ, ਪਰਮਾਤਮਾ ਦਾ ਚਿੱਤਰ ਜੋ ਸਾਡੇ ਦਿਮਾਗ ਵਿੱਚ ਆਉਂਦਾ ਹੈ ਉਹ ਇੱਕ ਕਿਸਮ ਦੇ ਪਿਤਾ ਦੇ ਰੂਪ ਦਾ ਹੁੰਦਾ ਹੈ। ਇੱਕ ਜੀਵ ਆਦਮੀ, ਸ਼ਾਇਦ ਬੱਦਲਾਂ ਵਿੱਚ ਬੈਠਾ ਹੈ, ਚਿੱਟੀ ਦਾੜ੍ਹੀ ਵਾਲਾ। ਕੀ ਇਹ ਉਹ ਰੱਬ ਹੈ ਜਿਸ ਬਾਰੇ ਗੁਰੂ ਨਾਨਕ ਦੇਵ ਜੀ ਗੱਲ ਕਰ ਰਹੇ ਹਨ? ਅਸੀਂ ਗੱਲ ਕਰਦੇ ਹਾਂ, ਇੱਕ ਸਿੱਖ ਬਣੋ, ਆਪਣੀ ਜ਼ਿੰਦਗੀ ਰੱਬ ਨੂੰ ਸਮਰਪਿਤ ਕਰੋ, ਰੱਬ ਦੀ ਉਸਤਤ ਕਰੋ, ਪਰਮਾਤਮਾ ਅੱਗੇ ਅਰਦਾਸ ਕਰੋ। ਤੁਸੀਂ ਰੱਬ ਅੱਗੇ ਜਾ ਕੇ ਕੋਈ ਵੀ ਸਮੱਸਿਆ ਦੱਸ ਸਕਦੇ ਹੋ ਅਤੇ ਰੱਬ ਤੁਹਾਡੀ ਮਦਦ ਕਰੇਗਾ। ਪਰ ਹੁਣ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਬਹੁਤੀ ਜਲਦੀ ਇਹ ਅਹਿਸਾਸ ਕਰ ਰਹੀ ਹੈ ਕਿ ਉਹ ਨਹੀਂ ਜਾਣਦੇ ਕਿ ਰੱਬ ਕੀ ਹੈ। ਮੈਂ 13 ਸਾਲ ਦੇ ਛੋਟੇ ਬੱਚਿਆਂ ਨੂੰ ਵੀ ਵੇਖਿਆ ਹੈ ਜੋ ਕਹਿੰਦੇ ਹਨ ਕਿ ਉਹ ਨਾਸਤਿਕ ਹਨ। ਸਿੱਖ ਬੱਚੇ ਜੋ ਕਹਿੰਦੇ ਹਨ ਕਿ ਉਹ ਰੱਬ ਨੂੰ ਨਹੀਂ ਮੰਨਦੇ। ਅਤੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ 13 ਸਾਲ ਦੀ ਉਮਰ ਵਿੱਚ ਹੀ ਉਹਨਾਂ ਨੇ ਇਹ ਫੈਸਲਾ ਕਰ ਲਿਆ ਹੈ ਕਿ ਜੋ ਕੁਝ ਵੀ ਸਾਨੂੰ ਰੱਬ ਬਾਰੇ ਦੱਸਿਆ ਹੈ ਉਹ ਝੂਠ ਹੈ, ਇਹ ਮੌਜੂਦ ਨਹੀਂ ਹੈ। ਸਿਰਫ ਇੱਕੋ ਚੀਜ਼ ਹੈ ਜੋ ਮੌਜੂਦ ਹੈ ਅਸਲ ਸੰਸਾਰ ਵਿੱਚ, ਜਿੱਥੇ ਸਾਡੇ ਦੋਸਤ ਰਹਿ ਰਹੇ ਹਨ। ਅਤੇ ਮੇਰੇ ਵਰਗੇ ਛੋਟੇ ਬੱਚਿਆਂ ਦੇ ਮਾਪਿਆਂ ਲਈ ਡਰਾਉਣ ਵਾਲੀ ਗੱਲ ਹੈ ਕਿ ਅਸਲ ਵਿੱਚ ਸਾਡੇ ਕੋਲ ਬਹੁਤ ਜ਼ਿਆਦਾ ਸਮਾਂ ਨਹੀਂ ਹੈ। ਸਾਡੇ ਕੋਲ ਉਹਨਾਂ ਨੂੰ ਸਿੱਖਿਅਤ ਕਰਨ ਲਈ ਬਹੁਤ ਜ਼ਿਆਦਾ ਸਮਾਂ ਨਹੀਂ ਹੈ ਕਿ ਗੁਰਮਤਿ ਕੀ ਗੱਲ ਕਰ ਰਹੀ ਹੈ, ਇਸ ਤੋਂ ਪਹਿਲਾਂ ਕਿ ਉਹ ਬਾਹਰ ਸੰਸਾਰ ਤੋਂ ਸਿੱਖਿਆ ਪ੍ਰਾਪਤ ਕਰਨ। ਅਤੇ ਬਾਹਰੀ ਸੰਸਾਰ ਉਹਨਾਂ ਨੂੰ ਯਕੀਨ ਦਿਵਾਉਂਦਾ ਹੈ ਕਿ ਜਿਸ ਧਰਮ ਦੀ ਤੁਸੀਂ ਪਾਲਣਾ ਕਰ ਰਹੇ ਹੋ ਉਹ ਸਭ ਮਨਘੜਤ ਹੈ। ਹਰ ਚੀਜ਼ ਸਭ ਅੰਧ ਵਿਸ਼ਵਾਸ ਹੈ, ਸਭ ਕੁਝ ਸਿਰਫ ਵਿਸ਼ਵਾਸ ਹੈ। ਅਤੇ ਅਸਲ ਵਿੱਚ ਅਸੀਂ ਵੀ ਉਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਕਿੰਨੇ ਲੋਕ ਸਹਿਮਤ ਹੋਣਗੇ ਕਿ ਸਿੱਖ ਧਰਮ ਇੱਕ ਰੱਬ ਨੂੰ ਮੰਨਦਾ ਹੈ? ਇੱਥੋਂ ਤੱਕ ਕਿ ਜੇ ਤੁਸੀਂ ਸ਼ਬਦਕੋਸ਼ ਵਿੱਚ ਸਿੱਖ ਧਰਮ ਦੀ ਪਰਿਭਾਸ਼ਾ ਨੂੰ ਵੇਖਦੇ ਹੋ ਤਾਂ ਇਹ ਕਹਿੰਦਾ ਹੈ ਕਿ ਇਹ ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ ਜੋ ਇੱਕ ਰੱਬ ਨੂੰ ਮੰਨਦਾ ਹੈ। ਪਰ ਮੈਂ ਦਲੀਲ ਨਾਲ ਕਹਿੰਦਾ ਹਾਂ ਕਿ ਗੁਰੂ ਨਾਨਕ ਦੇਵ ਜੀ ਰੱਬ ਨੂੰ ਨਹੀਂ ਮੰਨਦੇ ਸਨ। ਗੁਰੂ ਨਾਨਕ ਦੇਵ ਜੀ ਰੱਬ ਨੂੰ ਜਾਣਦੇ ਸਨ ਅਤੇ ਇਸ ਵਿੱਚ ਬਹੁਤ ਵੱਡਾ ਫਰਕ ਹੈ। ਅਤੇ ਜਦੋਂ ਅਸੀਂ ਸਿਰਫ ਪਰਮਾਤਮਾ ਵਿੱਚ ਵਿਸ਼ਵਾਸ ਰੱਖਦੇ ਹਾਂ ਪਰ ਅਸੀਂ ਰੱਬ ਨੂੰ ਜਾਣਨ ਲਈ ਗੁਰੂ ਦੇ ਕਹੇ ਤੇ ਅਮਲ ਨਹੀਂ ਕਰਦੇ, ਤਾਂ ਰੱਬ ਹਮੇਸ਼ਾ ਇੱਕ ਸੰਕਲਪ ਬਣਿਆ ਰਹਿੰਦਾ ਹੈ, ਰੱਬ ਹਮੇਸ਼ਾ ਇੱਕ ਵਿਚਾਰ ਬਣਿਆ ਰਹਿੰਦਾ ਹੈ ਤੇ ਰੱਬ ਹਮੇਸ਼ਾ ਦੂਰ ਰਹਿੰਦਾ ਹੈ। ਅਤੇ ਕੀ ਗੁਰੂ ਜੀ ਸਾਡੇ ਲਈ ਇਹ ਚਾਹੁੰਦੇ ਹਨ? ਕੀ ਗੁਰੂ ਨਾਨਕ ਦੇਵ ਜੀ ਦੁਨੀਆ ਤੇ ਇਹ ਕਹਿਣ ਲਈ ਆਏ ਸਨ ਕਿ ਤੁਹਾਡੇ ਸਾਰਿਆਂ ਦੇ ਆਪਣੇ ਵਿਚਾਰ ਹਨ ਕਿ ਤੁਸੀਂ ਰੱਬ ਨੂੰ ਕੀ ਮੰਨਦੇ ਹੋ ਅਤੇ ਮੇਰੇ ਕੋਲ ਆਪਣਾ ਵਿਚਾਰ ਹੈ ਕਿ ਮੈਂ ਰੱਬ ਨੂੰ ਕੀ ਮੰਨਦਾ ਹਾਂ? ਕੀ ਅਸੀਂ ਸਿਰਫ ਵਿਚਾਰਾਂ ਬਾਰੇ ਗੱਲ ਕਰ ਰਹੇ ਹਾਂ, ਜਾਂ ਕੀ ਅਸੀਂ ਇਹ ਸੋਚਣਾ ਪਸੰਦ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਸੱਚਮੁੱਚ ਰੱਬ ਨੂੰ ਜਾਣਦੇ ਸਨ? ਅਤੇ ਜੇ ਗੁਰੂ ਨਾਨਕ ਦੇਵ ਜੀ ਇਹ ਜਾਣਦੇ ਸਨ ਕਿ ਰੱਬ ਕੀ ਹੈ, ਤਾਂ ਯਕੀਨਨ ਉਹ ਚਾਹੁੰਦੇ ਸਨ ਕਿ ਅਸੀਂ ਵੀ ਜਾਣ ਸਕੀਏ ਕਿ ਰੱਬ ਕੀ ਹੈ। ਤਾਂ ਫਿਰ ਅਸੀਂ ਰੱਬ ਵਰਗੇ ਸੰਕਲਪ ਨੂੰ ਕਿਵੇਂ ਲੈਂਦੇ ਹਾਂ ਅਤੇ ਇਸ ਨੂੰ ਅਸਲ ਬਣਾਉਂਦੇ ਹਾਂ? ਕਿਸ ਸਮੇਂ ਅਸੀਂ ਰੱਬ ਨੂੰ ਜਾਣਦੇ ਹਾਂ ਅਤੇ ਕਿਸ ਸਮੇਂ ਅਸੀਂ ਰੱਬ ਨੂੰ ਮਹਿਸੂਸ ਕਰਦੇ ਹਾਂ? ਕਿਸ ਸਮੇਂ ਤੇ ਅਸੀਂ ਰੱਬ ਨੂੰ ਵੇਖ ਸਕਦੇ ਹਾਂ? ਸਭ ਤੋਂ ਪਹਿਲਾਂ ਇਹ ਸਮਝਣਾ ਹੈ ਕਿ ਆਓ ਆਪਾਂ ਇਹ ਵੇਖੀਏ ਕਿ ਰੱਬ ਕੀ ਹੈ। ਕੀ ਇਹ ਉਹੀ ਰੱਬ ਹੈ ਜਿਸ ਬਾਰੇ ਵਿਸ਼ਵ ਦੀ ਸੰਸਕ੍ਰਿਤੀ ਗੱਲ ਕਰ ਰਹੀ ਹੈ ਕਿ ਉਹ ਚਿੱਟੀ ਦਾੜੀ ਵਾਲਾ ਬਜ਼ੁਰਗ ਜੋ ਬੱਦਲਾਂ ਵਿੱਚ ਬੈਠਾ ਹੈ?
ਕੀ ਇਹ ਉਹ ਹੈ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ? ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਦੇ ਹਾਂ ਤਾਂ ਇਹ ਪਰਮਾਤਮਾ ਦੀ ਬਹੁਤ ਹੀ ਸਪਸ਼ਟ ਪਰਿਭਾਸ਼ਾ ਨਾਲ ਆਰੰਭ ਹੁੰਦਾ ਹੈ। ਇਹ ਇੱਕ ਓਂਕਾਰ ਨਾਲ ਸ਼ੁਰੂ ਹੁੰਦਾ ਹੈ। ਪਰ ਜਦੋਂ ਅਸੀਂ ਇੱਕ ਓਂਕਾਰ ਦੇ ਅਨੁਵਾਦ ਨੂੰ ਵੇਖਦੇ ਹਾਂ ਤਾਂ ਉਹ ਹੈ ਰੱਬ ਇੱਕ ਹੈ। ਪਰ ਇਹ ਅਨੁਵਾਦ ਕਿ ਰੱਬ ਇੱਕ ਹੈ ਇਸ ਦਾ ਬਿਆਨ ਨਹੀਂ ਕਰਦਾ ਕਿ ਗੁਰੂ ਨਾਨਕ ਦੇਵ ਜੀ ਦਾ ਇੱਕ ਦੁਆਰਾ ਕੀ ਅਰਥ ਹੈ। ਚਲੋ ਓਂਕਾਰ ਵੱਲ ਵੀ ਨਾ ਜਾਈਏ ਅਤੇ ਸਿਰਫ ਇੱਕ ਨੂੰ ਸਮਝੀਏ। ਇੱਕ ਕੀ ਹੈ? ਅਤੇ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਸੰਕਲਪਾਂ ਦਾ ਅਧਿਐਨ ਕਰਨ ਦੀ ਜ਼ਰੂਰਤ ਕਿਉਂ ਹੈ, ਸਮਝਣ ਦੀ ਜ਼ਰੂਰਤ ਕਿਉਂ ਹੈ? ਕਿਉਂਕਿ ਸਾਨੂੰ ਬਹੁਤ ਖੁਸ਼ਕਿਸਮਤੀ ਨਾਲ ਇੱਕ ਅਜਿਹੀ ਦੁਨੀਆ ਮਿਲੀ ਹੈ ਜਿੱਥੇ ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਦੁਨੀਆ ਵਿੱਚ 3 ਕਰੋੜ ਸਿੱਖ ਹਨ। ਇਹ ਬਹੁਤ ਵੱਡੀ ਗੱਲ ਹੈ। ਇਹ ਬਹੁਤ ਵੱਡੀ ਪ੍ਰਾਪਤੀ ਹੈ। ਦੁਨੀਆ ਵਿੱਚ 3 ਕਰੋੜ ਸਿੱਖ ਹਨ। ਪਰ ਕੀ ਅਸੀਂ ਸਿੱਖ ਨੂੰ ਇੱਕ ਅਜਿਹੇ ਵਿਅਕਤੀ ਦੁਆਰਾ ਪਰਿਭਾਸ਼ਿਤ ਕਰਦੇ ਹਾਂ ਜੋ ਕੜਾ ਪਹਿਨਦਾ ਹੈ? ਕੀ ਅਸੀਂ ਸਿੱਖ ਨੂੰ ਇੱਕ ਅਜਿਹੇ ਵਿਅਕਤੀ ਦੁਆਰਾ ਪਰਿਭਾਸ਼ਿਤ ਕਰਦੇ ਹਾਂ ਜੋ ਆਪਣਾ ਸਿਰ ਢੱਕਦਾ ਹੈ, ਜੋ ਆਪਣੇ ਵਾਲ ਨਹੀਂ ਕਟਾਉਂਦਾ? ਸਿੱਖ ਰਹਿਤ ਮਰਿਆਦਾ ਇੱਕ ਸਿੱਖ ਨੂੰ ਅਜਿਹੇ ਵਿਅਕਤੀ ਵਜੋਂ ਪਰਿਭਾਸ਼ਿਤ ਕਰਦੀ ਹੈ ਜੋ ਸਿਰਫ 10 ਗੁਰੂਆਂ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਵਿੱਚ ਵਿਸ਼ਵਾਸ ਨਹੀਂ ਰੱਖਦਾ। ਮੈਂ ਕਲਪਨਾ ਕਰਾਂਗਾ ਕਿ ਇੱਕ ਸਿੱਖ ਉਹ ਨਹੀਂ ਹੈ ਜੋ ਸਿਰਫ ਕੜਾ ਪਹਿਨਦਾ ਹੈ ਅਤੇ ਇੱਕ ਸਿੱਖ ਵਰਗਾ ਲੱਗਦਾ ਹੈ। ਸਿੱਖ ਉਹ ਹੈ ਜੋ ਗੁਰੂ ਦੀ ਸੋਚ ਦੇ ਅਨੁਸਾਰ ਚੱਲਦਾ ਹੈ। ਸਾਰੇ ਸੰਸਾਰ ਵਿੱਚ ਸੋਚਣ ਦਾ ਇੱਕ ਢੰਗ ਹੈ, ਇੱਕ ਮਤ ਹੈ, ਇੱਕ ਸੋਝੀ ਹੈ ਅਤੇ ਇੱਕ ਬੁੱਧੀ ਹੈ। ਅਤੇ ਇਹ ਉਹ ਮਤ ਹੈ ਜੋ ਉਹਨਾਂ ਦੀ ਆਪਣੀ ਬੁੱਧੀ ਹੈ ਜਾਂ ਸਮਾਜ ਦੀ ਬੁੱਧੀ ਹੈ। ਪਰ ਯਕੀਨਨ ਇੱਕ ਸਿੱਖ ਗੁਰੂ ਅੱਗੇ ਮੱਥਾ ਟੇਕਦਾ ਹੋਇਆ ਕਹਿੰਦਾ ਹੈ ਕਿ ਮੈਂ ਆਪਣੇ ਸੋਚਣ ਦਾ ਢੰਗ ਨਹੀਂ ਚਾਹੁੰਦਾ, ਮੈਂ ਤੁਹਾਡੇ ਸੋਚਣ ਦਾ ਢੰਗ ਦਾ ਆਸ਼ੀਰਵਾਦ ਚਾਹੁੰਦਾ ਹਾਂ। ਇਸ ਲਈ ਇੱਕ ਸਿੱਖ ਨੂੰ ਬਾਹਰੀ ਦਿੱਖ ਦੁਆਰਾ ਪਰਿਭਾਸ਼ਿਤ ਨਹੀਂ ਕੀਤਾ ਜਾਂਦਾ, ਸਿੱਖ ਨੂੰ ਅੰਦਰੂਨੀ ਦਿੱਖ ਦੁਆਰਾ ਪਰਿਭਾਸ਼ਿਤ ਕੀਤਾ ਜਾਂਦਾ ਹੈ। ਅਤੇ ਜੇ ਅਸੀਂ ਇੱਕ ਸਿੱਖ ਨੂੰ ਪਰਿਭਾਸ਼ਿਤ ਕਰਨ ਲਈ ਕਹਿ ਰਹੇ ਹਾਂ ਕਿ ਉਹ ਹਨ ਜਿਨ੍ਹਾਂ ਕੋਲ ਗੁਰੂ ਦੀ ਬੁੱਧੀ ਹੈ, ਤਾਂ ਕੀ ਹੁਣ ਅਸੀਂ ਕਹਿ ਸਕਦੇ ਹਾਂ ਕਿ ਦੁਨੀਆ ਵਿੱਚ 3 ਕਰੋੜ ਸਿੱਖ ਹਨ? ਦੁਨੀਆ ਦੇ 3 ਕਰੋੜ ਸਿੱਖਾਂ ਨੂੰ ਭੁੱਲ ਜਾਓ ਤੇ ਆਓ ਆਪਾਂ ਆਪਣੇ ਆਪ ਨੂੰ ਪੁੱਛੀਏ ਕਿ ਮੈਂ ਖੁਦ ਕੀ ਇੱਕ ਸਿੱਖ ਹਾਂ? ਕੀ ਮੇਰੀ ਸਿੱਖਾਂ ਵਰਗੀ ਦਿੱਖ ਮੇਰੇ ਸਾਰੇ ਸਿੱਖਾਂ ਵਾਲੇ ਕੰਮ ਕਰਦੀ ਹੈ? ਸ਼ਾਇਦ ਮੈਂ ਅੰਮ੍ਰਿਤਧਾਰੀ ਹੋਵਾਂ, ਮੈਂ ਸ਼ਾਇਦ ਛੇਤੀ ਉੱਠਦਾ ਹੋਵਾਂ, ਮੇਰੇ ਕੋਲ ਬੋਲਣ ਲਈ ਸਾਰੇ ਸਹੀ ਸ਼ਬਦ ਹੋਣ, ਪਰ ਕੀ ਮੈਂ ਗੁਰੂ ਨੂੰ ਆਪਣੀ ਸੋਚ ਬਦਲਣ ਦੀ ਆਗਿਆ ਦਿੱਤੀ ਹੈ? ਕੀ ਗੁਰੂ ਨੇ ਮੇਰੀਆਂ ਅੱਖਾਂ ਬਦਲੀਆਂ ਹਨ ਤਾਂ ਕਿ ਮੈਂ ਜੋ ਵੀ ਦੇਖਾਂ ਉਹ ਗੁਰੂ ਦੀਆਂ ਅੱਖਾਂ ਹੋਣ? ਕਿਉਂਕਿ ਜੇ ਗੁਰੂ ਨੇ ਸਾਡੀ ਸੋਚ ਨੂੰ ਬਦਲ ਦਿੱਤਾ ਹੈ ਤਾਂ ਗੁਰੂ ਸਾਡੇ ਜੀਵਨ ਦੇ ਅਨੁਭਵ ਨੂੰ ਵੀ ਬਦਲ ਦੇਵੇਗਾ। ਸੋ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਤੁਸੀਂ ਕੀ ਮੰਨਦੇ ਹੋ, ਸਾਨੂੰ ਪੁੱਛਣਾ ਚਾਹੀਦਾ ਹੈ ਕਿ ਮੈਨੂੰ ਜੀਵਨ ਦਾ ਕੋਈ ਅਜਿਹਾ ਅਨੁਭਵ ਹੋ ਰਿਹਾ ਹੈ ਜੋ ਉਹਨਾਂ ਲੋਕਾਂ ਤੋਂ ਬੁਨਿਆਦੀ ਤੌਰ ਤੇ ਵੱਖਰਾ ਹੈ ਜੋ ਗੁਰੂ ਦੀ ਬੁੱਧੀ ਦੇ ਸੰਪਰਕ ਵਿੱਚ ਨਹੀਂ ਹਨ, ਜਾਂ ਕੀ ਮੇਰੀ ਜ਼ਿੰਦਗੀ ਬਿਲਕੁਲ ਉਹਨਾਂ ਵਰਗੀ ਹੈ? ਕੀ ਮੈਂ ਹਰ ਕਿਸੇ ਦੀ ਤਰ੍ਹਾਂ ਭਾਵਨਾਤਮਕ ਉਥਲ-ਪੁਥਲ ਵਿੱਚੋਂ ਲੰਘ ਰਿਹਾ ਹਾਂ? ਆਓ ਮੈਂ ਤੁਹਾਨੂੰ ਇੱਕ ਸਰਲ ਸਵਾਲ ਪੁੱਛਦਾ ਹਾਂ। ਗੁਰਬਾਣੀ ਸਾਨੂੰ ਆਪਣੇ ਗੁੱਸੇ ਤੇ ਕਾਬੂ ਰੱਖਣ ਲਈ ਕਹਿੰਦੀ ਹੈ। ਗੁਰਬਾਣੀ ਸਾਨੂੰ ਖੁਸ਼ੀ ਤੇ ਉਦਾਸੀ ਤੋਂ ਨਿਰਲੇਪ ਰਹਿਣਾ ਸਿਖਾਉਂਦੀ ਹੈ। ਜਦੋਂ ਅਸੀਂ ਸਵੇਰੇ ਉੱਠਦੇ ਹਾਂ ਕੀ ਅਸੀਂ ਇਮਾਨਦਾਰੀ ਨਾਲ ਕਹਿ ਸਕਦੇ ਹਾਂ, ਗੁਰੂ ਦੀ ਮਿਹਰ ਨਾਲ ਮੈਨੂੰ ਅੱਜ ਕੋਈ ਉਦਾਸੀ ਨਹੀਂ ਹੋਵੇਗੀ, ਗੁਰੂ ਦੀ ਮਿਹਰ ਨਾਲ ਅੱਜ ਗੁੱਸਾ ਮੇਰੇ ਤੇ ਹਾਵੀ ਨਹੀਂ ਹੋਵੇਗਾ? ਜਾਂ ਅਸਲ ਵਿੱਚ ਸਾਨੂੰ ਇਹ ਸਵੀਕਾਰ ਕਰਨਾ ਪਏਗਾ ਕਿ ਇਸ ਗੁੱਸੇ ਤੇ ਮੇਰਾ ਕੋਈ ਨਿਯੰਤਰਣ ਨਹੀਂ ਹੈ, ਮੇਰੀਆਂ ਆਪਣੀਆਂ ਭਾਵਨਾਵਾਂ ਤੇ ਕੋਈ ਨਿਯੰਤਰਣ ਨਹੀਂ ਹੈ, ਮੈਂ ਦੁਨੀਆ ਦੇ ਹੋਰਨਾਂ ਲੋਕਾਂ ਵਾਂਗ ਉਸੇ ਇਮੋਸ਼ਨਲ ਰੋਲਰ ਕੋਸਟਰ ਵਿੱਚ ਸਵਾਰ ਹਾਂ।
ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਅੰਗਰੇਜ਼ੀ ਵਿੱਚ ਪ੍ਰਚਾਰ ਕਰਨ ਦੀ ਯੋਗਤਾ ਦੇ ਨਾਲ ਅਤੇ ਉਸ ਨੂੰ ਆਨਲਾਈਨ ਪਾਉਣ ਦੇ ਨਾਲ ਦੁਨੀਆ ਭਰ ਦੀ ਬਹੁਤ ਸਾਰੀ ਸੰਗਤ ਮੈਨੂੰ ਸੰਦੇਸ਼ ਭੇਜਦੀ ਹੈ, ਮੇਰੇ ਨਾਲ ਸੰਪਰਕ ਕਰਦੀ ਹੈ ਅਤੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਦੀ ਹੈ, ਆਪਣੀਆਂ ਸਮੱਸਿਆਵਾਂ ਮੇਰੇ ਨਾਲ ਸਾਂਝੀ ਕਰਦੀ ਹੈ। ਮੈਂ ਇੱਕ ਸੰਦੇਸ਼ ਸਾਂਝਾ ਕਰਨਾ ਚਾਹਾਂਗਾ ਜੋ ਮੈਨੂੰ ਹਾਲ ਹੀ ਵਿੱਚ ਪ੍ਰਾਪਤ ਹੋਇਆ ਹੈ। ਮੈਨੂੰ ਇੱਕ ਕੁੜੀ ਤੋਂ ਸੁਨੇਹਾ ਮਿਲਿਆ ਹੈ ਜਿਸ ਨੇ ਮੈਨੂੰ ਕਿਹਾ ਕਿ ਸਿੱਖੀ ਬਾਰੇ ਮੇਰਾ ਇੱਕ ਪ੍ਰਸ਼ਨ ਹੈ, ਮੇਰੇ ਕੋਲ ਇੱਕ ਪਰਮਾਤਮਾ ਬਾਰੇ ਪ੍ਰਸ਼ਨ ਹੈ। ਉਹ ਕਹਿੰਦੀ ਹੈ, ਮੇਰੇ ਇੱਕ ਬਹੁਤ ਹੀ ਚੰਗੇ ਦੋਸਤ, ਇੱਕ ਅੰਮ੍ਰਿਤਧਾਰੀ ਗੁਰਸਿੱਖ ਨੇ ਹਾਲ ਹੀ ਵਿੱਚ ਖੁਦਕੁਸ਼ੀ ਕੀਤੀ ਹੈ। ਉਸਨੇ ਕਿਹਾ, ਅਜਿਹਾ ਕਿਉਂ ਹੋਇਆ? ਰੱਬ ਨੇ ਅਜਿਹਾ ਕਿਉਂ ਹੋਣ ਦਿੱਤਾ? ਜੇ ਅਸੀਂ ਸੱਚਮੁੱਚ ਗੁਰੂ ਦੇ ਵਿਦਿਆਰਥੀ ਹਾਂ ਤਾਂ ਗੁਰੂ ਨੂੰ ਸਾਡੇ ਜੀਵਨ ਦੇ ਅਨੁਭਵ ਨੂੰ ਹੁਣ ਤੱਕ ਬਦਲ ਦੇਣਾ ਚਾਹੀਦਾ ਸੀ, ਅਤੇ ਜੇ ਅਸੀਂ ਗੁਰੂ ਨੂੰ ਆਪਣੀ ਸੋਚ ਬਦਲਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਲਈ ਇਸ ਸੰਦੇਸ਼ ਨੇ ਮੇਰੇ ਲਈ 2 ਸਵਾਲ ਖੜੇ ਕੀਤੇ ਹਨ। ਜੇ ਅਸੀਂ ਅੰਮ੍ਰਿਤਧਾਰੀ ਹੋਣ ਦਾ ਦਾਅਵਾ ਕਰਦੇ ਹਾਂ ਤਾਂ ਫਿਰ ਅਸੀਂ ਇਸ ਭਾਵਨਾਤਮਕ ਉਥਲ-ਪੁਥਲ ਵਿੱਚੋਂ ਕਿਉਂ ਲੰਘ ਰਹੇ ਹਾਂ? ਗੁਰੂ ਪ੍ਰਤੀ ਵਚਨਬੱਧ ਕਿਉਂ ਨਹੀਂ ਹੋ ਰਹੇ? ਹਰ ਰੋਜ਼ ਗੁਰਬਾਣੀ ਪੜ੍ਹਨ, ਗੁਰੂ ਦਾ ਕੀਰਤਨ ਕਰਨ, ਆਪਣੇ ਆਪ ਨੂੰ ਗੁਰੂ ਦੀ ਸੰਗਤ ਵਿੱਚ ਰੱਖਣ ਦੇ ਬਾਵਜੂਦ ਵੀ ਅਸੀਂ ਅਜੇ ਵੀ ਅਜਿਹੀ ਭਾਵਨਾਤਮਕ ਉਥਲ-ਪੁਥਲ, ਅਜਿਹੀ ਉਦਾਸੀ, ਅਜਿਹੀਆਂ ਮੁਸ਼ਕਿਲਾਂ, ਜੀਵਨ ਵਿੱਚ ਇੰਨੇ ਵਿਵਾਦਾਂ ਵਿੱਚੋਂ ਕਿਉਂ ਲੰਘ ਰਹੇ ਹਾਂ ਕਿ ਬਦਕਿਸਮਤੀ ਨਾਲ ਕੁਝ ਅੰਮ੍ਰਿਤਧਾਰੀ ਇੰਨੀ ਡੂੰਘੀ ਭਾਵਨਾਤਮਕ ਸਥਿਤੀ ਵਿੱਚ ਹਨ ਕਿ ਉਹ ਆਪਣੀ ਜਾਨ ਵੀ ਦੇ ਦਿੰਦੇ ਹਨ। ਅਜਿਹਾ ਕਿਉਂ ਹੋਣਾ ਚਾਹੀਦਾ ਹੈ? ਕਿਉਂਕਿ ਅਸੀਂ ਇੱਕ ਅੰਮ੍ਰਿਤਧਾਰੀ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਪਰਿਭਾਸ਼ਿਤ ਕੀਤਾ ਹੈ ਜੋ ਸਾਰੇ ਅੰਮ੍ਰਿਤਧਾਰੀ ਵਾਲੇ ਕੰਮ ਕਰਦਾ ਹੈ। ਉਹ ਸਵੇਰੇ ਉੱਠਦੇ ਹਨ, ਉਹ ਅੰਮ੍ਰਿਤਧਾਰੀ ਵਾਲੇ ਪਾਠ ਕਰਦੇ ਹਨ, ਉਹ ਅੰਮ੍ਰਿਤਧਾਰੀ ਵਾਲੇ ਕੱਪੜੇ ਪਾਉਂਦੇ ਹਨ, ਉਹ ਇੱਕ ਅੰਮ੍ਰਿਤਧਾਰੀ ਦੀ ਤਰ੍ਹਾਂ ਦਿਖਦੇ ਅਤੇ ਬੋਲਦੇ ਹਨ, ਉਹ ਇੱਕ ਅੰਮ੍ਰਿਤਧਾਰੀ ਵਰਗੇ ਲੱਗਦੇ ਹਨ। ਪਰ ਉਹ ਅੰਮ੍ਰਿਤ ਜੋ ਗੁਰੂ ਨੇ ਤੁਹਾਨੂੰ ਬਖਸ਼ਿਆ ਹੈ, ਉਹ ਅੰਮ੍ਰਿਤ ਉਹਨਾਂ ਨੇ ਪੀਤਾ ਹੈ, ਉਹ ਸ਼ਬਦ ਜੋ ਸੁੰਦਰ, ਮਿੱਠੇ, ਸਵਾਦ ਵਾਲੇ ਅੰਮ੍ਰਿਤ ਵਿੱਚ ਪਾਇਆ ਗਿਆ ਹੈ, ਉਹ ਅੰਮ੍ਰਿਤ ਜਿਸ ਵਿੱਚ ਕਿਰਪਾਨ ਦੀ ਤਾਕਤ ਹੈ ਪਰ ਸਹਿਜੇ ਮਿਠਾਸ ਵੀ ਹੈ, ਉਹ ਜੋ ਅਸੀਂ ਪੀਤਾ ਹੈ ਸਿਰਫ ਸਾਡੇ ਸਰੀਰ ਵਿੱਚ ਗਿਆ ਹੈ, ਸਾਡੇ ਦਿਮਾਗ ਵਿੱਚ ਨਹੀਂ ਗਿਆ, ਸਾਡੇ ਦਿਲਾਂ ਵਿੱਚ ਨਹੀਂ ਗਿਆ। ਅੰਮ੍ਰਿਤ ਪੀਤਾ ਜਾਂਦਾ ਹੈ, ਇਸ ਨੂੰ ਪੀਣਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਦੇ ਹਰ ਸੈੱਲ ਨੂੰ ਅੰਮ੍ਰਿਤ ਨਾਲ ਤਬਦੀਲ ਕੀਤਾ ਜਾ ਸਕੇ ਅਤੇ ਸਾਡੇ ਮਨ ਵਿੱਚ ਹਰ ਵਿਚਾਰ ਅੰਮ੍ਰਿਤ ਨਾਲ ਬਦਲ ਜਾਵੇ। ਅਤੇ ਜੇ ਅਜਿਹਾ ਨਹੀਂ ਹੋ ਰਿਹਾ, ਹੌਲੀ-ਹੌਲੀ ਵੀ ਨਹੀਂ, ਤਾਂ ਕੀ ਤੁਸੀਂ ਸੱਚਮੁੱਚ ਇੱਕ ਅੰਮ੍ਰਿਤਧਾਰੀ ਹੋ? ਕੀ ਤੁਸੀਂ ਸੱਚਮੁੱਚ ਅੰਮ੍ਰਿਤਧਾਰੀ ਹੋ? ਗੁਰੂ ਨੇ ਪਰਿਭਾਸ਼ਿਤ ਕੀਤਾ ਹੈ ਕਿ ਅੰਮ੍ਰਿਤਧਾਰੀ ਕੀ ਹੈ। ਝਿਮ-ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਮਨ ਨੇ ਅੰਮ੍ਰਿਤ ਪੀਣਾ ਹੈ। ਇਸ ਲਈ ਜੇ ਅਸੀਂ ਇਸ ਯਾਤਰਾ ਦੀ ਸ਼ੁਰੂਆਤ ਕਰਨੀ ਹੈ ਤਾਂ ਅਸੀਂ ਇਹ ਨਹੀਂ ਮੰਨ ਸਕਦੇ ਕਿ ਗੁਰੂ ਜੋ ਕਹਿ ਰਿਹਾ ਹੈ ਅਸੀਂ ਸਮਝ ਗਏ ਹਾਂ। ਸਾਨੂੰ ਸੱਚਮੁੱਚ ਉਸ ਸਮਝ ਦੀ ਡੂੰਘਾਈ ਵਿੱਚ ਜਾਣਾ ਪਏਗਾ ਅਤੇ ਇਹ ਸਮਝ ਉਸ ਇੱਕ ਨਾਲ ਆਰੰਭ ਹੁੰਦੀ ਹੈ ਅਤੇ ਇੱਕ ਨਾਲ ਸਮਾਪਤ ਹੁੰਦੀ ਹੈ। ਮੈਂ ਉਦਾਹਰਣ ਦੀ ਵਰਤੋਂ ਕਰਨਾ ਪਸੰਦ ਕਰਾਂਗਾ। ਜਦੋਂ ਮੈਂ ਛੋਟਾ ਸੀ, ਮੈਂ ਗਣਿਤ ਦੀ ਕਲਾਸ ਵਿੱਚ ਜਾਣਾ ਪਸੰਦ ਕਰਦਾ ਸੀ ਕਿਉਂਕਿ ਮੇਰਾ ਅਧਿਆਪਕ ਮੈਨੂੰ ਗਣਿਤ ਦੀ ਪਾਠ ਪੁਸਤਕ ਦਿੰਦਾ ਸੀ ਅਤੇ ਸਾਰੀਆਂ ਸਮੱਸਿਆਵਾਂ ਉਸ ਵਿੱਚ ਦਿੱਤੀਆਂ ਹੁੰਦੀਆਂ ਹਨ, ਸਾਰੇ ਪ੍ਰਸ਼ਨ ਉਸ ਵਿੱਚ ਦਿੱਤੇ ਹੁੰਦੇ ਸਨ। ਪਰ ਜਦੋਂ ਮੈਂ ਪਿਛਲੇ ਪੰਨਿਆਂ ਨੂੰ ਵੇਖਿਆ, ਉਹਨਾਂ ਦੇ ਸਾਰੇ ਪ੍ਰਸ਼ਨਾਂ ਦੇ ਉੱਤਰ ਵੀ ਉੱਥੇ ਸਨ। ਪਰ ਅਧਿਆਪਕ ਕਦੇ ਖੁਸ਼ ਨਹੀਂ ਹੁੰਦਾ ਸੀ ਜੇ ਉਹ ਮੈਨੂੰ ਪੁੱਛਦਾ ਕਿ ਤੁਸੀਂ ਇਹ ਸਵਾਲ ਕਿਵੇਂ ਕਰਦੇ ਹੋ, ਤੁਸੀਂ ਇਹਨਾਂ ਸਵਾਲਾਂ ਨੂੰ ਕਿਵੇਂ ਹੱਲ ਕਰਦੇ ਹੋ, ਕਿਉਂਕਿ ਮੈਂ ਸਿਰਫ ਪਿੱਛੇ ਵੱਲ ਵੇਖਦਾ ਤੇ ਜਵਾਬ ਦੇ ਦਿੰਦਾ।
ਅਧਿਆਪਕ ਹਮੇਸ਼ਾ ਕਹਿੰਦਾ ਨਹੀਂ, ਤੁਹਾਨੂੰ ਇਹ ਹੱਲ ਕਰਕੇ ਦਿਖਾਉਣਾ ਪਏਗਾ, ਤੁਹਾਨੂੰ ਇਹ ਦਿਖਾਉਣਾ ਪਏਗਾ ਕਿ ਤੁਸੀਂ ਇਸ ਜਵਾਬ ਨੂੰ ਸਮਝ ਗਏ ਹੋ। ਗੁਰੂ ਨਾਨਕ ਪਾਤਸ਼ਾਹ ਕੁਝ ਅਜਿਹਾ ਹੀ ਕਰਦੇ ਹਨ, ਪਰ ਗੁਰੂ ਨਾਨਕ ਪਾਤਸ਼ਾਹ ਜਵਾਬ ਤੋਂ ਸ਼ੁਰੂ ਕਰਦੇ ਹਨ ਅਤੇ ਗੁਰਮਤ ਵਿੱਚ ਹਰ ਪ੍ਰਸ਼ਨ ਦਾ ਉੱਤਰ ਹਮੇਸ਼ਾ ਇੱਕ ਆਉਂਦਾ ਹੈ। ਇਸ ਮਾਮਲੇ ਦੀ ਸੱਚਾਈ ਇਹ ਹੈ ਕਿ ਸਾਰੇ ਗੁਰਮਤ ਗਿਆਨ ਨੂੰ ਸਭ ਤੋਂ ਖੂਬਸੂਰਤੀ ਨਾਲ ਅਤੇ ਸਮਝਦਾਰੀ ਨਾਲ ਇੱਕ ਅੰਕ ਵਿੱਚ ਸੰਖੇਪ ਕੀਤਾ ਗਿਆ ਹੈ। ਸਾਰਾ ਗੁਰਮਤ ਗਿਆਨ ਜਿਸ ਦਾ ਜਵਾਬ ਇੱਕ ਹੈ। ਫਿਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਮਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਤੁਸੀਂ ਇਸ ਨੂੰ ਕਿਵੇਂ ਸਮਝ ਸਕਦੇ ਹੋ, ਇਹਦਾ ਕੀ ਅਰਥ ਹੈ। ਗੁਰੂ ਜੀ ਇਸ ਗੁੰਝਲਦਾਰ ਪ੍ਰਸ਼ਨ ਨੂੰ ਹੱਲ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਇਸ ਲਈ ਇੱਕ ਅਜਿਹਾ ਵਿਸ਼ਾ ਹੈ ਜਿਸ ਨੂੰ ਸਾਨੂੰ ਛੱਡਣਾ ਨਹੀਂ ਚਾਹੀਦਾ। ਇੱਥੋਂ ਤੱਕ ਕਿ ਬਹੁਤ ਸਾਰੀਆਂ ਬਾਣੀਆਂ ਵਿੱਚ ਅਤੇ ਬਹੁਤ ਸਾਰੇ ਹੁਕਮਨਾਮੇ ਜੋ ਅਸੀਂ ਗੁਰਦੁਆਰੇ ਵਿੱਚ ਸੁਣਦੇ ਹਾਂ, ਉਹਨਾਂ ਦਾ ਆਰੰਭ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਨਾਲ ਸ਼ੁਰੂ ਹੁੰਦਾ ਹੈ, ਜਾਂ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਤੇ ਗੁਰਪ੍ਰਸਾਦ ਤੱਕ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਗੁਰੂ ਜੀ ਸਾਡੇ ਨਾਲ ਗੱਲ ਕਰਨ ਜਾ ਰਹੇ ਹਨ, ਉਹ ਇੱਕ ਦੀ ਕਥਾ ਹੈ, ਪਰ ਅਸੀਂ ਆਮ ਤੌਰ ਤੇ ਇਸ ਨੂੰ ਛੱਡ ਦਿੰਦੇ ਹਾਂ। ਇੱਕੋ ਓਂਕਾਰ ਸਤਿਗੁਰ ਪ੍ਰਸਾਦ ਰਾਗ ਆਸਾ, ਰਾਗ ਧਨਾਸਰੀ, ਅਸੀਂ ਸ਼ਬਦ ਪੜ੍ਹਨਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਇਹ ਸਿਰਫ ਸਿਰਲੇਖ ਹੋਵੇ ਜਾਂ ਜਾਣ ਪਛਾਣ ਹੋਵੇ। ਨਹੀਂ, ਇਹ ਉਹ ਹੈ ਜਿਸ ਬਾਰੇ ਗੁਰੂ ਜੀ ਕਥਾ ਕਰ ਰਹੇ ਹਨ, ਇਹ ਉਹ ਹੈ ਜਿਸ ਦੀ ਗੁਰੂ ਜੀ ਵਿਆਖਿਆ ਕਰ ਰਹੇ ਹਨ। ਇੱਕ। ਇਸ ਲਈ ਜੇ ਤੁਸੀਂ ਮੈਨੂੰ ਇਜਾਜ਼ਤ ਦਿਓ ਤਾਂ ਮੈਂ ਆਪਣੀ ਸਮਝ ਸਾਂਝੀ ਕਰਨਾ ਚਾਹਾਂਗਾ ਜੋ ਗੁਰੂ ਨੇ ਮੇਰੇ ਨਾਲ ਸਾਂਝੀ ਕੀਤੀ ਹੈ ਇੱਕ ਦੇ ਅਰਥ ਬਾਰੇ। ਇੱਕ ਦਾ ਅਰਥ ਹੈ ਕਿ ਇਸ ਸਾਰੀ ਰਚਨਾ ਵਿੱਚ ਹਰ ਚੀਜ਼ ਇੱਕ ਹੈ। ਜੇ ਅਸੀਂ ਇਸ ਦਰਬਾਰ ਨੂੰ ਵੇਖਦੇ ਹਾਂ ਤਾਂ ਸਾਨੂੰ ਆਲੇ ਦੁਆਲੇ ਬਹੁਤ ਸਾਰੇ ਵੱਖਰੇ ਵੱਖਰੇ ਚਿਹਰੇ ਦਿਖਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਇੱਥੇ 100 ਔਰਤਾਂ ਹਨ ਅਤੇ 100 ਪੁਰਸ਼ ਹਨ, ਪਰ ਗੁਰਮਤਿ ਬੁੱਧੀ ਇਹ ਕਹੇਗੀ ਇੱਥੇ 200 ਲੋਕ ਨਹੀਂ ਬੈਠੇ ਹਨ। ਉਹ ਕਹਿਣਗੇ ਕਿ ਇੱਥੇ ਸਿਰਫ ਇੱਕ ਹੈ ਅਤੇ ਇਹ ਸਭ ਉਸ ਇੱਕ ਦੇ ਬਹੁਤ ਸਾਰੇ ਵੱਖਰੇ ਰੂਪ ਹਨ। ਉਹ ਇੱਕ ਹੈ ਜੋ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਦੀ ਤਰ੍ਹਾਂ ਦਿਖਾਈ ਦਿੰਦਾ ਹੈ। ਮੈਂ ਇੱਕ ਨੂੰ ਇਸ ਤਰ੍ਹਾਂ ਸਮਝਣਾ ਸ਼ੁਰੂ ਕੀਤਾ ਹੈ, ਰੋਜ਼ਾਨਾ ਦੀਆਂ ਘਟਨਾਵਾਂ ਦੇ ਆਧਾਰ ਤੇ ਇੱਕ ਬਾਰੇ ਇਸ ਤਰ੍ਹਾਂ ਸੋਚਣਾ ਸ਼ੁਰੂ ਕਰ ਸਕਦਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਗੁਰਮਤਿ ਸਿਧਾਂਤਕ ਹੋਵੇ। ਘੱਟੋ ਘੱਟ ਮੇਰੀ ਜ਼ਿੰਦਗੀ ਵਿੱਚ ਮੈਂ ਇੱਕ ਨੂੰ ਮਹਿਸੂਸ ਕਰਨਾ, ਇੱਕ ਨੂੰ ਜਾਣਨਾ ਅਤੇ ਇੱਕ ਨੂੰ ਵੇਖਣ ਦੇ ਯੋਗ ਹੋਣਾ ਚਾਹਾਂਗਾ, ਅਤੇ ਗੁਰੂ ਇਸ ਵਿੱਚ ਸਾਡੀ ਸਹਾਇਤਾ ਕਰਦਾ ਹੈ। ਗੁਰੂ ਸਾਨੂੰ ਹਰ ਚੀਜ਼ ਨੂੰ ਵੱਖਰੀਆਂ ਚੀਜ਼ਾਂ ਦੇ ਰੂਪ ਵਿੱਚ ਵੇਖਣ ਦੀ ਬਜਾਏ ਅਸਲ ਵਿੱਚ ਸਿਰਫ ਇੱਕ ਚੀਜ਼ ਵਜੋਂ ਵੇਖਣ ਲਈ ਉਤਸ਼ਾਹਿਤ ਕਰਦਾ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਨਾਲ ਬੈਠਾ ਵਿਅਕਤੀ ਇੱਕ ਹੈ, ਉਸ ਇੱਕ ਦਾ ਹਿੱਸਾ ਹੈ। ਚਲੋ ਇਸ ਨੂੰ ਹੁਣ ਰੱਬ ਕਹਿੰਦੇ ਹਾਂ। ਤੁਹਾਡੇ ਨਾਲ ਬੈਠਾ ਵਿਅਕਤੀ ਰੱਬ ਹੈ, ਤੁਹਾਡੇ ਸਾਹਮਣੇ ਬੈਠਾ ਵਿਅਕਤੀ ਰੱਬ ਹੈ, ਤੁਹਾਡੇ ਪਿੱਛੇ ਬੈਠਾ ਵਿਅਕਤੀ ਰੱਬ ਹੈ, ਅਤੇ ਉਹ ਵਿਅਕਤੀ ਜਿੱਥੇ ਤੁਸੀਂ ਬੈਠੇ ਹੋ ਉਹ ਵੀ ਰੱਬ ਹੈ। ਸਭ ਕੁਝ ਇੱਕ ਹੈ। ਅਤੇ ਇਸ ਸਮਝ ਦੇ ਨਾਲ ਸਾਨੂੰ ਇਹ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਰੱਬ ਉੱਪਰ ਵਾਲਾ ਨਹੀਂ ਹੈ। ਤੁਸੀਂ ਉਸ ਸ਼ਬਦ ਨੂੰ ਕਿੰਨੀ ਵਾਰ ਸੁਣਦੇ ਹੋ, ਉੱਪਰ ਵਾਲਾ। ਅਸੀਂ ਅਰਦਾਸ ਕਰਦੇ ਹਾਂ ਅਤੇ ਅਸਮਾਨ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹਾਂ। ਕਿਉਂ? ਕੀ ਰੱਬ ਬੱਦਲਾਂ ਵਿੱਚ ਬੈਠਾ ਹੈ, ਜਾਂ ਕੀ ਰੱਬ ਸਾਡੇ ਆਲੇ ਦੁਆਲੇ ਹੈ? ਇਹ ਤੁਹਾਡੀ ਸੋਚ ਨੂੰ ਬਦਲਦਾ ਹੈ। ਤੁਹਾਡੇ ਵਿੱਚੋਂ ਕੁਝ ਸ਼ਾਇਦ ਇਸ ਸੋਚ ਬਾਰੇ ਅਸੁਵਿਧਾਜਨਕ ਹੋਣ। ਇਹ ਉਹ ਰੱਬ ਨਹੀਂ ਹੈ ਜਿਸ ਦੀ ਮੈਂ ਹਮੇਸ਼ਾ ਪ੍ਰਾਰਥਨਾ ਕਰ ਰਿਹਾ। ਮੈਂ ਉੱਥੇ ਉਸ ਰੱਬ ਦੀ ਪ੍ਰਾਰਥਨਾ ਕਰ ਰਿਹਾ ਹਾਂ। ਮੇਰਾ ਤੁਹਾਡੇ ਲਈ ਪ੍ਰਸ਼ਨ ਹੈ, ਕੀ ਤੁਸੀਂ ਆਪਣੀ ਸੋਚ ਨੂੰ ਬਦਲਣ ਲਈ ਤਿਆਰ ਹੋ? ਜਦੋਂ ਤੁਸੀਂ ਗੁਰੂ ਨੂੰ ਮੱਥਾ ਟੇਕਦੇ ਹੋ ਤਾਂ ਤੁਸੀਂ ਕਹਿੰਦੇ ਹੋ, ਮੈਂ ਆਪਣੀ ਸੋਚ ਨੂੰ ਬਦਲਣ ਲਈ ਤਿਆਰ ਹਾਂ। ਇਹ ਨਹੀਂ ਕਿ ਮੈਂ ਪਹਿਲਾਂ ਹੀ ਸਭ ਕੁਝ ਜਾਣਦਾ ਹਾਂ। ਮੈਂ ਸਿਰਫ ਇਸ ਗੱਲ ਦੀ ਪੁਸ਼ਟੀ ਕਰਨ ਲਈ ਇੱਥੇ ਹਾਂ ਕਿ ਜੋ ਮੈਂ ਜਾਣਦਾ ਹਾਂ ਉਹ ਸਹੀ ਹੈ। ਕਿਉਂਕਿ ਕਈ ਵਾਰ, ਜ਼ਿਆਦਾਤਰ ਸਮਾਂ, ਜੋ ਵੀ ਕਿਹਾ ਜਾ ਰਿਹਾ ਹੁੰਦਾ ਹੈ, ਜੋ ਵੀ ਸਿਖਾਇਆ ਜਾ ਰਿਹਾ ਹੁੰਦਾ ਹੈ, ਅਸੀਂ ਗੁਰੂ ਦੀ ਨਹੀਂ ਸੁਣਦੇ।
ਅਸੀਂ ਆਪਣੇ ਮਨ ਦੀ ਗੁਰੂ ਦੀ ਵਿਆਖਿਆ ਨੂੰ ਸੁਣਦੇ ਹਾਂ ਅਤੇ ਮਨ ਕਹਿੰਦਾ ਹੈ ਹਾਂ ਇਹ ਮੈਂ ਪਹਿਲਾਂ ਹੀ ਜਾਣਦਾ ਹਾਂ ਅਤੇ ਇਹ ਵੀ ਮੈਂ ਜਾਣਦਾ ਹਾਂ। ਅਜਿਹਾ ਲੱਗ ਰਿਹਾ ਹੈ ਕਿ ਸ਼ਾਇਦ ਇਹ ਨਹੀਂ ਹੈ, ਆਓ ਇਸ ਨੂੰ ਰੱਦ ਕਰ ਦਈਏ ਅਤੇ ਉਸ ਸਮਝ ਨਾਲ ਸਹਿਮਤ ਹੋਈਏ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ। ਕਈ ਵਾਰ ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਸਾਰੇ ਸ਼ਬਦ ਇੱਕੋ ਜਿਹੇ ਕਿਉਂ ਲੱਗਦੇ ਹਨ, ਇਹ ਹਮੇਸ਼ਾ ਇੱਕੋ ਗੱਲ ਕਿਉਂ ਕਰਦੇ ਹਨ, ਇਹ ਹਮੇਸ਼ਾ ਪਰਮਾਤਮਾ, ਸਾਹਿਬ, ਨਾਮ ਬਾਰੇ ਗੱਲ ਕਰਦੇ ਹਨ। ਵਾਰ-ਵਾਰ ਉਹੀ ਵਿਸ਼ਾ ਆਉਂਦਾ ਰਹਿੰਦਾ ਹੈ, ਉਹੀ ਧਾਰਨਾਵਾਂ ਆਉਂਦੀਆਂ ਰਹਿੰਦੀਆਂ ਹਨ, ਕਿਉਂਕਿ ਗੁਰੂ ਜੀ ਜਾਣਦੇ ਹਨ ਕਿ ਸਾਡਾ ਮਨ ਇਸ ਬੁਨਿਆਦੀ ਸੰਕਲਪ ਨੂੰ ਰੱਦ ਕਰਦਾ ਰਹਿੰਦਾ ਹੈ ਅਤੇ ਗੁਰੂ ਜੀ ਇੰਨੇ ਪਿਆਰੇ ਹਨ, ਇੰਨੇ ਪਾਲਣ ਪੋਸ਼ਣ ਕਰਨ ਵਾਲੇ ਹਨ ਕਿ ਗੁਰੂ ਜੀ ਸਾਡੇ ਉੱਤੇ ਹਾਰ ਨਹੀਂ ਮੰਨਦੇ। ਗੁਰੂ ਜੀ ਸਮਝਾਉਂਦੇ ਰਹਿੰਦੇ ਹਨ ਕਿ ਨਹੀਂ, ਤੁਸੀਂ ਅਜੇ ਤੱਕ ਇਸ ਨੂੰ ਨਹੀਂ ਸਮਝਿਆ ਹੈ, ਆਓ ਮੈਂ ਤੁਹਾਨੂੰ ਇੱਕ ਵੱਖਰਾ ਸ਼ਬਦ ਦੇਵਾਂ, ਨਵੀਂ ਮਿਸਾਲ ਦੇਵਾਂ। ਸੋ ਇੱਕ ਉਹ ਚੀਜ਼ ਹੈ ਜੋ ਹਰ ਜਗ੍ਹਾ ਹੈ, ਇਹ ਤੁਹਾਡੇ ਅੰਦਰ ਹੈ, ਇਹ ਤੁਹਾਡੇ ਬਾਹਰ ਵੀ ਹੈ। ਅਸੀਂ ਇਸ ਨੂੰ ਲਾਵਾਂ ਵਿੱਚ ਵੀ ਸੁਣਦੇ ਹਾਂ, ਅੰਤਰ ਬਾਹਰ ਹਰ ਪ੍ਰਭ ਏਕੋ। ਮੇਰੇ ਅੰਦਰ ਅਤੇ ਮੇਰੇ ਬਾਹਰ ਉਹ ਵਾਹਿਗੁਰੂ ਹੈ, ਉਹ ਇੱਕ ਹੈ, ਉਹ ਹਰ ਹੈ, ਉਹ ਪ੍ਰਭ ਹੈ, ਉਹ ਇੱਕੋ। ਇਹ ਮੇਰੇ ਅੰਦਰ ਹੈ, ਇਹ ਮੇਰੇ ਬਾਹਰ ਵੀ ਹੈ, ਅਸਲ ਵਿੱਚ ਇਹ ਸਭ ਕੁਝ ਹੈ, ਇਸ ਇੱਕ ਤੋਂ ਬਾਹਰ ਕੁਝ ਵੀ ਨਹੀਂ ਹੈ। ਇਹ ਸਮਝ ਰੱਬ ਨੂੰ ਆਕਾਸ਼ ਵਿੱਚੋਂ ਅਲੋਪ ਕਰ ਦਿੰਦੀ ਹੈ। ਕੀ ਤੁਸੀਂ ਉਸ ਰੱਬ ਦੇ ਆਕਾਸ਼ ਵਿੱਚੋਂ ਅਲੋਪ ਹੋਣ ਲਈ ਖੁਸ਼ ਹੋ? ਕਿਉਂਕਿ ਇਹ ਹੁਣ ਚੁਣੌਤੀ ਹੈ ਕਿ ਮੈਂ ਅਰਦਾਸ ਕਿਸ ਨੂੰ ਕਰਾਂ। ਜਦੋਂ ਮੈਂ ਕੁਝ ਮੰਗਣਾ ਚਾਹਾਂਗਾ ਤਾਂ ਮੈਂ ਕਿਸ ਨੂੰ ਕਹਾਂਗਾ ਕਿ ਪਰਮਾਤਮਾ ਮੇਰਾ ਕਾਰੋਬਾਰ ਨਹੀਂ ਚੱਲ ਰਿਹਾ, ਮੈਨੂੰ ਨਵੀਂ ਨੌਕਰੀ ਚਾਹੀਦੀ ਹੈ, ਜਾਂ ਮੈਂ ਆਪਣੀਆਂ ਪ੍ਰੀਖਿਆਵਾਂ ਪਾਸ ਕਰਨੀਆਂ ਹਨ। ਮੈਂ ਉਸ ਰੱਬ ਨੂੰ ਕਹਿ ਸਕਦਾ ਹਾਂ, ਪਰ ਮੈਂ ਉਸ ਰੱਬ ਨੂੰ ਕਿਵੇਂ ਕਹਿ ਸਕਦਾ ਹਾਂ ਜੋ ਮੇਰੇ ਅੰਦਰ ਬੈਠਾ ਹੈ? ਪਰ ਗੁਰੂ ਜੀ ਤੁਹਾਨੂੰ ਇਹ ਸਭ ਕੁਝ ਮੰਗਣ ਲਈ ਅਰਦਾਸ ਕਰਦੇ ਹੋਏ ਚੁਣੌਤੀ ਦਿੰਦੇ ਹਨ ਕਿ ਵਿਣ ਬੋਲਿਆ ਸਭ ਕਿਸ ਜਾਣਦਾ, ਕਿਸ ਆਗਿਆ ਕੀਚੈ ਅਰਦਾਸ। ਤੁਸੀਂ ਕਿਸ ਨੂੰ ਅਰਦਾਸ ਕਰ ਰਹੇ ਹੋ? ਉਸ ਨੂੰ ਜੋ ਤੁਹਾਡੇ ਬੋਲਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਸੀਂ ਕੀ ਕਹਿਣ ਜਾ ਰਹੇ ਹੋ। ਇਸ ਤੋਂ ਪਹਿਲਾਂ ਕਿ ਤੁਸੀਂ ਕੁਝ ਕਹੋ, ਉਹ ਪਹਿਲਾਂ ਹੀ ਸਭ ਕੁਝ ਜਾਣਦਾ ਹੈ। ਕਿਉਂ? ਕਿਉਂਕਿ ਉਹ ਪਹਿਲਾਂ ਹੀ ਤੁਹਾਡੇ ਅੰਦਰ ਹੈ। ਵਿਚਾਰ ਦੇ ਅਸਲ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਜਿਸ ਨੂੰ ਜਾਣਦਾ ਹੈ, ਕਿਉਂਕਿ ਇਹ ਹੀ ਹੈ ਜੋ ਵਿਚਾਰ ਦਾ ਨਿਰਮਾਤਾ ਹੈ। ਇਹ ਇੱਕ ਉਹ ਹੈ ਜੋ ਤੁਹਾਡੇ ਮਨ ਵਿੱਚ ਇਸ ਵਿਚਾਰ ਨੂੰ ਲੈ ਕੇ ਆਉਂਦਾ ਹੈ ਕਿ ਮੈਂ ਇਹ ਚਾਹੁੰਦਾ ਹਾਂ ਜਾਂ ਮੈਂ ਉਹ ਚਾਹੁੰਦਾ ਹਾਂ। ਤੁਸੀਂ ਕਿਸ ਨੂੰ ਅਰਦਾਸ ਕਰ ਰਹੇ ਹੋ? ਯਕੀਨਨ ਉਸ ਰੱਬ ਨੂੰ ਨਹੀਂ ਜੋ ਉੱਥੇ ਬੱਦਲਾਂ ਵਿੱਚ ਬੈਠਾ ਹੈ। ਇਹ ਅਸਲ ਵਿੱਚ ਸਾਡੀ ਸੋਚ ਨੂੰ ਚੁਣੌਤੀ ਦਿੰਦਾ ਹੈ। ਕੀ ਅਸਲ ਵਿੱਚ ਰੱਬ ਮੇਰੇ ਇੰਨੇ ਨੇੜੇ ਹੈ? ਜੇ ਰੱਬ ਇੰਨਾ ਨੇੜੇ ਹੈ ਤਾਂ ਇਹ ਉਹਨਾਂ ਸਾਰੇ ਮਾੜੇ ਵਿਚਾਰਾਂ ਨੂੰ ਜਾਣਦਾ ਹੈ ਜੋ ਮੈਂ ਸੋਚ ਰਿਹਾ ਹਾਂ। ਮੈਂ ਰੱਬ ਦੇ ਇੰਨੇ ਨੇੜੇ ਹੋਣ ਨਾਲ ਠੀਕ ਨਹੀਂ ਹਾਂ। ਮੈਂ ਪਰਮਾਤਮਾ ਤੋਂ ਥੋੜ੍ਹਾ ਦੂਰ ਰਹਿਣ 'ਚ ਠੀਕ ਹਾਂ, ਤਾਂ ਕਿ ਮੈਂ ਦਿਖਾਵਾ ਕਰ ਸਕਾਂ ਕਿ ਮੈਂ ਇੱਕ ਚੰਗਾ ਵਿਅਕਤੀ ਹਾਂ। ਮੈਂ ਅਜਿਹਾ ਦਿਖਾਵਾ ਕਰ ਸਕਾਂ ਕਿ ਮੈਂ ਇੱਕ ਅੰਮ੍ਰਿਤਧਾਰੀ ਹਾਂ, ਕਿ ਗੁਰਸਿੱਖ ਦੀ ਤਰ੍ਹਾਂ ਦਿਖਾਵਾ ਕਰ ਸਕਾਂ। ਕਿਉਂਕਿ ਤੁਸੀਂ ਇੱਕ ਗੁਰਸਿੱਖ ਵਰਗੇ ਲੱਗ ਸਕਦੇ ਹੋ ਅਤੇ ਬਾਕੀ ਲੋਕ ਤੁਹਾਡੀ ਪਿੱਠ 'ਤੇ ਸ਼ਾਬਾਸ਼ੀ ਦੇ ਸਕਦੇ ਹਨ। ਤੁਸੀਂ ਕੁਝ ਲੋਕਾਂ ਨੂੰ ਜਾਣਦੇ ਹੋਵੋਗੇ, ਜਦੋਂ ਉਹ ਆਪਣੀ ਪੁਰਾਣੀ ਜੀਵਨ ਸ਼ੈਲੀ ਜੀ ਰਹੇ ਸਨ, ਸ਼ਾਇਦ ਉਹ ਵਾਲ ਕੱਟਦੇ ਹੋਣ, ਸ਼ਾਇਦ ਉਹ ਸ਼ਰਾਬ ਜਾਂ ਤੰਬਾਕੂ ਦਾ ਸੇਵਨ ਕਰਦੇ ਹੋਣ, ਜਿਵੇਂ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ। ਜਦੋਂ ਉਹ ਇਹ ਸਭ ਕੁਝ ਕਰਨਾ ਬੰਦ ਕਰ ਦਿੰਦਾ ਹੈ, ਉਹ ਆਪਣੇ ਵਾਲ ਵਧਾਉਣਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਇਹ ਕਹਿਣ ਦੀ ਗਲਤੀ ਕਰਦਾ ਹੈ ਕਿ ਮੈਂ ਮਨਮੁਖ ਹੁੰਦਾ ਸੀ ਅਤੇ ਮੈਂ ਹੁਣ ਗੁਰਮੁਖ ਬਣ ਗਿਆ ਹਾਂ। ਕੁਝ ਕੰਮਾਂ ਨੂੰ ਛੱਡਣ ਜਾਂ ਕਰਨ ਨਾਲ ਮੈਂ ਗੁਰਮੁਖ ਬਣ ਗਿਆ ਹਾਂ। ਪਰ ਜੇ ਤੁਸੀਂ ਗੁਰਬਾਣੀ ਦਾ ਅਧਿਐਨ ਕਰਦੇ ਹੋ ਤਾਂ ਤੁਸੀਂ ਉਹਨਾਂ ਸ਼ਬਦਾਂ ਦਾ ਅਧਿਐਨ ਕਰੋਗੇ ਜੋ ਗੁਰੂ ਇੱਕ ਗੁਰਮੁਖ ਦੀ ਉਸਤਤ, ਇੱਕ ਗੁਰਮੁਖ ਦੀ ਪ੍ਰਸ਼ੰਸਾ ਵਿੱਚ ਵਰਤਦੇ ਹਨ। ਫਿਰ ਤੁਸੀਂ ਸ਼ਾਇਦ ਕਹੋਗੇ ਕਿ ਮੈਂ ਉਹ ਵਿਅਕਤੀ ਕਦੇ ਨਹੀਂ ਬਣ ਸਕਦਾ। ਗੁਰਸਿੱਖ ਹੋਣ ਨੂੰ ਛੱਡ ਦਿਓ, ਮੈਂ ਆਪਣੇ ਆਪ ਨੂੰ ਸਿੱਖ ਕਹਿਣ ਦੇ ਯੋਗ ਵੀ ਨਹੀਂ ਹਾਂ, ਕਿਉਂਕਿ ਗੁਰੂ ਸਪਸ਼ਟ ਕਰਦੇ ਹਨ ਕਿ ਸਿੱਖ ਦੀ ਪਰਿਭਾਸ਼ਾ ਕੀ ਹੈ। ਅਜੇ ਸਿੱਖ ਵੀ ਨਹੀਂ ਹਾਂ। ਇਸ ਲਈ ਬਾਹਰਲੀ ਦਿੱਖ ਮੈਨੂੰ ਗੁਰਮੁਖ ਨਹੀਂ ਬਣਾਉਂਦੀ, ਭਾਵੇਂ ਮੇਰੇ ਆਲੇ ਦੁਆਲੇ ਹਰ ਕੋਈ ਮੇਰੀ ਪਿੱਠ 'ਤੇ ਸ਼ਾਬਾਸ਼ੀ ਦੇ ਰਿਹਾ ਹੋਵੇ ਅਤੇ ਕਹਿ ਰਿਹਾ ਹੋਵੇ ਕਿ ਸ਼ਾਬਾਸ਼ ਤੁਸੀਂ ਗੁਰਮੁਖ ਬਣ ਗਏ ਹੋ। ਪਰ ਗੁਰਮੁਖ ਦੀ ਪਰਿਭਾਸ਼ਾ ਗੁਰੂ ਅਨੁਸਾਰ ਹੋਣੀ ਚਾਹੀਦੀ ਹੈ। ਤਾਂ ਕੀ ਅਸੀਂ ਸੱਚਮੁੱਚ ਸਿੱਖ ਮਤ ਨੂੰ ਸਾਡੇ ਮਨ ਵਿੱਚ ਆਉਣ ਦੇ ਰਹੇ ਹਾਂ?
ਅਤੇ ਸਿੱਖ ਮੱਤ, ਗੁਰੂ ਦੀ ਮੱਤ ਉਸ ਇੱਕ ਨਾਲ ਸ਼ੁਰੂ ਹੁੰਦੀ ਹੈ। ਅਤੇ ਜੇ ਅਸੀਂ ਇੱਕ 'ਤੇ ਵਿਚਾਰ ਨਹੀਂ ਕਰਦੇ ਤਾਂ ਬਾਕੀ ਸਭ ਕੁਝ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੜ੍ਹਦੇ ਹਾਂ ਉਹ ਉਸ ਆਕਾਸ਼ ਵਿੱਚ ਬੈਠੇ ਰੱਬ ਬਾਰੇ ਗੱਲ ਕਰਨਾ ਹੈ। ਇਹ ਉੱਪਰ ਵਾਲਾ, ਇਹ ਨਹੀਂ ਜੋ ਹਰ ਜਗ੍ਹਾ ਹੈ। ਤਾਂ ਗੁਰਬਾਣੀ ਸਾਨੂੰ ਕਿਵੇਂ ਸਮਝਾਉਂਦੀ ਹੈ ਕਿ ਇਹ ਰੱਬ ਦੂਰ ਨਹੀਂ ਹੈ। ਕਈ ਵਾਰ ਤੁਸੀਂ ਇਹ ਸਮਾਨਤਾ ਨੂੰ ਸੁਣਿਆ ਹੋਵੇਗਾ ਕਿ ਸਿੱਖੀ ਜਾਂ ਸਿੱਖ ਦੀ ਯਾਤਰਾ ਪਾਣੀ ਦੀ ਇੱਕ ਬੂੰਦ ਵਾਂਗ ਹੈ ਜੋ ਸਮੁੰਦਰ ਵਿੱਚ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਤੁਸੀਂ ਇਸ ਸਮਾਨਤਾ ਬਾਰੇ ਸੁਣਿਆ ਕਿ ਪਾਣੀ ਦੀ ਬੂੰਦ ਸਮੁੰਦਰ ਤੋਂ ਬਹੁਤ ਦੂਰ ਹੈ? ਪਾਣੀ ਦੀ ਬੂੰਦ ਗੁੰਮ ਹੋ ਗਈ ਹੈ ਅਤੇ ਇਹ ਵਾਪਸ ਜਾਣ ਦਾ ਰਸਤਾ ਲੱਭ ਰਹੀ ਹੈ। ਇਸੇ ਤਰ੍ਹਾਂ ਅਸੀਂ ਵੀ ਗੁਆਚ ਗਏ ਹਾਂ ਅਤੇ ਅਸੀਂ ਵੀ ਰਸਤਾ ਲੱਭ ਰਹੇ ਹਾਂ ਉਸ ਇੱਕ ਵਿੱਚ ਮਿਲ ਜਾਣ ਲਈ। ਇਹ ਸਮਾਨਤਾ ਅਸਲ ਵਿੱਚ ਗਲਤ ਹੈ ਕਿਉਂਕਿ ਪਾਣੀ ਦੀ ਬੂੰਦ ਜੇ ਇਹ ਸਾਡੀ ਨੁਮਾਇੰਦਗੀ ਕਰਦੀ ਹੈ ਤਾਂ ਗੁਰਬਾਣੀ ਕਹਿੰਦੀ ਹੈ ਕਿ ਪਾਣੀ ਦੀ ਬੂੰਦ ਨੇ ਕਦੇ ਸਮੁੰਦਰ ਨੂੰ ਛੱਡਿਆ ਨਹੀਂ। ਤੁਸੀਂ ਸਮੁੰਦਰ ਵਿੱਚ ਹੋ, ਤੁਸੀਂ ਕਦੇ ਸਮੁੰਦਰ ਨੂੰ ਛੱਡਿਆ ਨਹੀਂ, ਤੁਸੀਂ ਸਮੁੰਦਰ ਦੇ ਵਿੱਚ ਹੋ। ਤੁਹਾਨੂੰ ਇਹ ਪਤਾ ਨਹੀਂ ਕਿ ਤੁਸੀਂ ਸਮੁੰਦਰ ਵਿੱਚ ਹੋ। ਆਓ ਵੇਖੀਏ ਕਿ ਗੁਰਬਾਣੀ ਇਸ ਤਰ੍ਹਾਂ ਗੱਲ ਕਰਦੀ ਹੈ। ਗੁਰੂ ਨਾਨਕ ਦੇਵ ਜੀ ਅੰਗ ਨੰਬਰ 878 ਤੇ ਇੱਕ ਸ਼ਬਦ ਹੈ ਅਤੇ ਗੁਰੂ ਜੀ ਕਹਿੰਦੇ ਹਨ, ਸਾਗਰ ਮੈਂ ਬੂੰਦ, ਬੂੰਦ ਮੈਂ ਸਾਗਰ, ਕਵਣ ਬੁਝੈ ਬਿਧ ਜਾਣੈ। ਸਮੁੰਦਰ ਦੇ ਅੰਦਰ ਬੂੰਦਾਂ ਹਨ। ਸਮੁੰਦਰ ਵਿੱਚ ਸਾਰੀਆਂ ਬੂੰਦਾਂ ਹਨ ਅਤੇ ਸਾਰੀਆਂ ਬੂੰਦਾਂ ਦੇ ਅੰਦਰ ਸਮੁੰਦਰ ਹੈ ਅਤੇ ਤੁਹਾਡੇ ਅੰਦਰ ਇੱਕ ਦਾ ਸਮੁੰਦਰ ਹੈ ਅਤੇ ਅਸੀਂ ਇਸ ਇੱਕ ਦੇ ਸਮੁੰਦਰ ਵਿੱਚ ਹਾਂ। ਅਤੇ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਾਣੀ ਦੀ ਬੂੰਦ ਸਮੁੰਦਰ ਤੋਂ ਵੱਖਰੀ ਹੈ? ਇਹ ਕਿਵੇਂ ਹੋ ਸਕਦਾ ਹੈ? ਗੁਰੂ ਜੀ ਉਸ ਸਮਾਨਤਾ ਦੀ ਵਰਤੋਂ ਨਹੀਂ ਕਰ ਰਹੇ। ਗੁਰੂ ਜੀ ਕਹਿ ਰਹੇ ਹਨ ਕਿ ਸਮੁੰਦਰ ਵਿੱਚ ਬੂੰਦ ਹੈ ਅਤੇ ਬੂੰਦ ਦੇ ਅੰਦਰ ਸਮੁੰਦਰ ਹੈ। ਗੁਰੂ ਨਾਨਕ ਦੇਵ ਜੀ ਇਸ ਦੀ ਵਿਆਖਿਆ ਕਰਦੇ ਹਨ। ਦਰਅਸਲ ਸਾਰੇ ਗੁਰੂ ਸਾਹਿਬਾਨਾਂ ਨੇ ਇਹ ਸਮਝਾਇਆ ਹੈ ਕਿ ਸਾਰੇ ਭਗਤਾਂ ਨੇ ਇਹ ਸਮਝਾਇਆ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਅੰਗ 23 ਉੱਤੇ ਇੱਕ ਹੋਰ ਸੁੰਦਰ ਸ਼ਬਦ ਹੈ ਅਤੇ ਗੁਰੂ ਜੀ ਕਹਿੰਦੇ ਹਨ, ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ। ਮੇਰਾ ਸਾਹਿਬ ਹਰ ਜਗ੍ਹਾ ਅਤੇ ਹਰ ਚੀਜ਼ ਵਿੱਚ ਹੈ, ਪੂਰੀ ਤਰ੍ਹਾਂ ਅਤੇ ਸਾਰਿਆਂ ਵਿੱਚ ਵਿਆਪਕ ਹੈ। ਪਰ ਜੇ ਅਸੀਂ ਇਹ ਨਹੀਂ ਸਮਝਦੇ ਕਿ ਗੁਰੂ ਜੀ ਇੰਨੇ ਦਿਆਲੂ ਹਨ ਤਾਂ ਗੁਰੂ ਜੀ ਇਸ ਦੀ ਵਿਆਖਿਆ ਕਰਦੇ ਹਨ, ਆਪੇ ਮਾਛੀ ਮਾਛਲੀ, ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਗੁਰੂ ਜੀ ਇੱਕ ਸਮਾਨਤਾ ਦੀ ਵਰਤੋਂ ਕਰਦੇ ਹਨ ਕਿਉਂਕਿ ਸਮਾਨਤਾ ਦੇ ਨਾਲ ਗੁਰੂ ਜੀ ਸਾਡੇ ਮਨ 'ਚ ਇੱਕ ਚਿੱਤਰ ਬਣਾਉਣਾ ਚਾਹੁੰਦੇ ਹਨ ਕਿਉਂਕਿ ਸਾਡੇ ਦਿਮਾਗ ਦੁਆਰਾ ਚਿੱਤਰਾਂ ਨੂੰ ਸਮਝਣਾ ਆਸਾਨ ਹੈ। ਇੱਥੋਂ ਤੱਕ ਕਿ ਅਸੀਂ ਜਦੋਂ ਬੱਚੇ ਸੀ ਰੰਗਾਂ ਅਤੇ ਚਿੱਤਰਾਂ ਦੁਆਰਾ ਚੀਜ਼ਾਂ ਨੂੰ ਆਸਾਨੀ ਨਾਲ ਸਮਝਦੇ ਸੀ। ਇਸ ਲਈ ਗੁਰੂ ਜੀ ਉਸ ਮਨੋਵਿਗਿਆਨ ਦੀ ਵਰਤੋਂ ਕਰਦੇ ਹਨ। ਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਆਪਣੇ ਦਿਮਾਗ ਵਿੱਚ ਇੱਕ ਤਸਵੀਰ ਬਣਾਓ। ਕਲਪਨਾ ਕਰੋ, ਇੱਕ ਮਛੁਆਰਾ ਕਿਸ਼ਤੀ 'ਤੇ ਖੜਾ ਹੈ ਅਤੇ ਮਛੁਆਰੇ ਨੇ ਮੱਛੀਆਂ ਫੜਨ ਲਈ ਇੱਕ ਵੱਡਾ ਜਾਲ ਸੁੱਟਿਆ ਹੈ। ਗੁਰੂ ਜੀ ਕਹਿੰਦੇ ਹਨ ਕਿ ਇਸ ਨੂੰ ਵੇਖਣ ਦਾ ਗੁਰਮਤਿ ਤਰੀਕਾ ਇਹ ਹੈ ਕਿ ਉਹ ਵਾਹਿਗੁਰੂ ਉਹੀ ਇੱਕ ਮਛੁਆਰਾ ਹੈ, ਵਾਹਿਗੁਰੂ ਹੀ ਮੱਛੀ ਹੈ, ਵਾਹਿਗੁਰੂ ਹੀ ਪਾਣੀ ਹੈ, ਵਾਹਿਗੁਰੂ ਹੀ ਜਾਲ ਹੈ, ਵਾਹਿਗੁਰੂ ਉਸ ਜਾਲ ਦਾ ਭਾਰ ਹੈ ਜੋ ਇਸ ਨੂੰ ਡੁਬਾਉਂਦਾ ਹੈ ਅਤੇ ਵਾਹਿਗੁਰੂ ਉਹ ਦਾਣਾ ਹੈ ਜੋ ਮੱਛੀਆਂ ਨੂੰ ਫੜਨ ਲਈ ਵਰਤਿਆ ਜਾਂਦਾ ਹੈ। ਸਭ ਕੁਝ ਵਾਹਿਗੁਰੂ ਹੈ। ਕੀ ਅਸੀਂ ਕਦੇ ਕੁਦਰਤ ਵਿੱਚ ਬਾਹਰ ਜਾਂਦੇ ਹਾਂ? ਕਈ ਵਾਰ ਤੁਸੀਂ ਕੁਦਰਤ ਵਿੱਚ ਬਾਹਰ ਜਾਂਦੇ ਹੋ, ਤੁਸੀਂ ਪਹਾੜ ਨੂੰ ਵੇਖਦੇ ਹੋ, ਤੁਸੀਂ ਝੀਲਾਂ ਨੂੰ ਵੇਖਦੇ ਹੋ ਅਤੇ ਤੁਹਾਡੇ ਦਿਮਾਗ ਵਿੱਚ ਇਹ ਵਿਚਾਰ ਆਉਂਦਾ ਹੈ, ਵਾਹ ਵਾਹਿਗੁਰੂ, ਇਹ ਝੀਲਾਂ, ਇਹ ਰੁੱਖ ਅਤੇ ਇਹ ਕੁਦਰਤ ਜੋ ਤੁਸੀਂ ਬਣਾਈ ਹੈ ਬਹੁਤ ਖੂਬਸੂਰਤ ਹੈ। ਕਿਉਂਕਿ ਸਾਡੇ ਲਈ ਵਾਹਿਗੁਰੂ ਬਹੁਤ ਦੂਰ ਹੈ ਅਤੇ ਅਸੀਂ ਕਹਿੰਦੇ ਹਾਂ, ਵਾਹਿਗੁਰੂ ਇਹ ਸਭ ਬਣਾਉਣ ਲਈ ਤੁਹਾਡਾ ਧੰਨਵਾਦ। ਅਸੀਂ ਇਹ ਨਹੀਂ ਕਹਿੰਦੇ, ਵਾਹ ਵਾਹਿਗੁਰੂ, ਤੁਸੀਂ ਸੁੰਦਰ ਹੋ ਅਤੇ ਤੁਹਾਨੂੰ ਮੈਂ ਪਹਾੜਾਂ ਵਿੱਚ ਵੇਖ ਸਕਦਾ ਹਾਂ, ਤੁਹਾਨੂੰ ਨਦੀ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਪੰਛੀਆਂ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਆਕਾਸ਼ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਬੱਦਲਾਂ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਪਾਣੀ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਸਭ ਵਿੱਚ ਵੇਖ ਸਕਦਾ ਹਾਂ, ਮੈਂ ਤੁਹਾਨੂੰ ਆਪਣੇ ਆਪ ਵਿੱਚ ਵੇਖ ਸਕਦਾ ਹਾਂ। ਗੁਰਬਾਣੀ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦੀ ਹੈ
ਪਰ ਕਿਉਂਕਿ ਅਸੀਂ ਇਹਨਾਂ ਸ਼ਬਦਾਂ ਨੂੰ ਸੁਣਿਆ ਹੈ ਅਤੇ ਅਸੀਂ ਕਹਿੰਦੇ ਹਾਂ ਕਿ ਹਾਂ ਇਹ ਉਹ ਵਾਹਿਗੁਰੂ ਬਾਰੇ ਗੱਲ ਕਰ ਰਿਹਾ ਹੈ ਜੋ ਬੱਦਲਾਂ ਵਿੱਚ ਬੈਠਾ ਹੈ, ਸਾਡਾ ਮਨ ਸਾਨੂੰ ਗੁਰੂ ਦੀ ਮੱਤ ਲੈਣ ਤੋਂ ਰੋਕਦਾ ਹੈ। ਅਸੀਂ ਕਦੇ ਵੀ ਗੁਰੂ ਦੇ ਅਸਲ ਸ਼ਬਦਾਂ ਨੂੰ ਨਹੀਂ ਸੁਣਦੇ। ਇਹ ਕੋਈ ਦੋਸ਼ ਨਹੀਂ ਹੈ, ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡਾ ਦਿਮਾਗ ਕਿਵੇਂ ਕਰਦਾ ਹੈ। ਮੈਂ ਕਿਸੇ ਨੂੰ ਦੋਸ਼ ਨਹੀਂ ਦੇ ਰਿਹਾ, ਮੇਰਾ ਤੇ ਤੁਹਾਡਾ ਦਿਮਾਗ ਇਸ ਤਰ੍ਹਾਂ ਕੰਮ ਕਰਦਾ ਹੈ। ਸਾਡਾ ਮਨ ਸਾਨੂੰ ਗੁਰੂ ਨੂੰ ਸੁਣਨ ਤੋਂ ਰੋਕਦਾ ਹੈ। ਸਾਡਾ ਦਿਮਾਗ ਗੁਰੂ ਦੀ ਵਿਆਖਿਆ ਕਰਦਾ ਹੈ ਅਤੇ ਕਹਿੰਦਾ ਹੈ ਮੈਨੂੰ ਲੱਗਦਾ ਹੈ ਕਿ ਗੁਰੂ ਜੀ ਇਹ ਕਹਿ ਰਹੇ ਹਨ, ਸੋ ਅਸੀਂ ਗੁਰੂ ਦੀ ਆਵਾਜ਼ ਨੂੰ ਨਹੀਂ ਸੁਣ ਰਹੇ, ਅਸੀਂ ਆਪਣੀ ਅੰਦਰਲੀ ਆਵਾਜ਼ ਸੁਣ ਰਹੇ ਹਾਂ ਅਤੇ ਤੁਹਾਡੀ ਅੰਦਰਲੀ ਆਵਾਜ਼ ਗਲਤ ਵਿਆਖਿਆ ਕਰ ਰਹੀ ਹੈ। ਅਤੇ ਘੱਟੋ ਘੱਟ ਜੇ ਅਸੀਂ ਇਹ ਜਾਣਦੇ ਹਾਂ, ਮੈਨੂੰ ਇਹ ਵੀ ਪਤਾ ਨਹੀਂ ਕਿ ਤੁਸੀਂ ਇਸ ਨੂੰ ਕਿਵੇਂ ਬਦਲਣਾ ਸ਼ੁਰੂ ਕਰੋਗੇ, ਪਰ ਘੱਟੋ ਘੱਟ ਜੇ ਤੁਸੀਂ ਇਸ ਨੂੰ ਸਮਝਦੇ ਹੋ ਤਾਂ ਇਸ ਪ੍ਰਤੀ ਸੁਚੇਤ ਹੋ ਸਕਦੇ ਹੋ ਅਤੇ ਕਹੋਗੇ ਕਿ ਕੀ ਮੈਂ ਸੱਚਮੁੱਚ ਸੁਣ ਸਕਦਾ ਹਾਂ ਕਿ ਗੁਰੂ ਕੀ ਕਹਿ ਰਹੇ ਹਨ ਅਤੇ ਕੀ ਮੈਂ ਆਪਣੀ ਅੰਦਰਲੀ ਆਵਾਜ਼ ਨੂੰ ਬਦਲ ਸਕਦਾ ਹਾਂ? ਕੀ ਮੈਂ ਆਪਣੀ ਸੋਚ ਬਦਲਣ ਲਈ ਤਿਆਰ ਹਾਂ ਜਾਂ ਕੀ ਮੈਂ ਸਿਰਫ ਉਹ ਸਿੱਖ ਬਣਨ ਲਈ ਤਿਆਰ ਹਾਂ ਜੋ ਮੱਥਾ ਟੇਕਦਾ ਹੈ ਅਤੇ ਗੁਰੂ ਅੱਗੇ ਅਰਦਾਸ ਕਰਦਾ ਹੈ ਅਤੇ ਕਹਿੰਦਾ ਹੈ ਗੁਰੂ ਜੀ ਮੈਨੂੰ ਇਹ ਚੀਜ਼ਾਂ ਦੇਣ ਲਈ ਧੰਨਵਾਦ, ਪਰ ਇਹ ਮੇਰੀਆਂ ਨਵੀਆਂ ਚੀਜ਼ਾਂ ਦੀ ਸੂਚੀ ਹੈ। ਜਿਵੇਂ ਤੁਸੀਂ ਖਰੀਦਦਾਰੀ ਕਰਨ ਜਾਂਦੇ ਹੋ ਤਾਂ ਤੁਸੀਂ ਉਹ ਸਾਰੀਆਂ ਚੀਜ਼ਾਂ ਦੀ ਸੂਚੀ ਬਣਾਉਂਦੇ ਹੋ ਜੋ ਤੁਹਾਡਾ ਪਰਿਵਾਰ ਕਹਿੰਦਾ ਹੈ, ਤੁਹਾਨੂੰ ਦੁੱਧ ਚਾਹੀਦਾ ਹੈ, ਤੁਹਾਨੂੰ ਬ੍ਰੈਡ ਚਾਹੀਦਾ ਹੈ। ਕੀ ਅਸੀਂ ਗੁਰੂ ਦੇ ਕੋਲ ਨਵੀਂ ਸੂਚੀ ਲੈ ਕੇ ਆਉਂਦੇ ਹਾਂ ਅਤੇ ਕਹਿੰਦੇ ਹਾਂ ਗੁਰੂ ਜੀ ਮੈਨੂੰ ਪਿਛਲੇ ਹਫ਼ਤੇ ਸਭ ਕੁਝ ਮਿਲ ਗਿਆ ਹੈ, ਇਹ ਮੇਰੀ ਨਵੀਂ ਸੂਚੀ ਹੈ? ਤੁਸੀਂ ਜਾਣਦੇ ਹੋ ਸੁਣਨ 'ਚ ਕਿਸ ਤਰ੍ਹਾਂ ਲੱਗਦਾ ਹੈ? ਇੱਕ ਨੌਜਵਾਨ ਫਾਰਸੀ ਮੁੰਡੇ ਦੀ ਕਹਾਣੀ ਹੈ ਜੋ ਗੁਫਾ ਵਿੱਚ ਬੰਦ ਹੋ ਜਾਂਦਾ ਹੈ ਅਤੇ ਗੁਫਾ ਵਿੱਚ ਉਸ ਨੂੰ ਬਹੁਤ ਸਾਰੇ ਖਜ਼ਾਨੇ ਮਿਲਦੇ ਹਨ ਅਤੇ ਸਾਰੇ ਖਜ਼ਾਨਿਆਂ ਵਿੱਚੋਂ ਉਸ ਨੂੰ ਇੱਕ ਚਿਰਾਗ ਮਿਲਦਾ ਹੈ ਅਤੇ ਚਿਰਾਗ ਨੂੰ ਰਗੜਦਾ ਹੈ, ਉਸ ਵਿੱਚੋਂ ਇੱਕ ਜਾਦੂਈ ਜਿੰਨ ਨਿਕਲਦਾ ਹੈ ਅਤੇ ਜਿੰਨ ਕਹਿੰਦਾ ਹੈ ਤੁਹਾਡੀ ਇੱਛਾ ਮੇਰਾ ਆਦੇਸ਼ ਹੈ, ਹੁਕਮ ਕਰੋ, ਜੋ ਵੀ ਤੁਸੀਂ ਕਹੋਗੇ ਮੈਂ ਕਰਾਂਗਾ। ਕੀ ਅਸੀਂ ਰੱਬ ਨੂੰ ਇੱਕ ਜਿੰਨ ਬਣਾ ਦਿੱਤਾ ਹੈ ਜੋ ਕਹਿੰਦਾ ਹੈ ਤੁਹਾਡੀ ਇੱਛਾ ਮੇਰਾ ਹੁਕਮ ਹੈ? ਤੁਸੀਂ ਬਸ ਉਹੀ ਕਹਿੰਦੇ ਹੋ ਜੋ ਤੁਸੀਂ ਚਾਹੁੰਦੇ ਹੋ ਅਤੇ ਸਾਰੇ ਬ੍ਰਹਿਮੰਡ ਦਾ ਰੱਬ ਕਹਿੰਦਾ ਹੈ ਠੀਕ ਹੈ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਮੰਗਿਆ ਹੈ, ਮੈਂ ਤੁਹਾਨੂੰ ਦਿਆਂਗਾ। ਕੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਜਾਦੂਈ ਚਿਰਾਗ ਹਨ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ, ਫਿਰ ਰੱਬ ਆਉਂਦਾ ਹੈ ਅਤੇ ਅਸੀਂ ਜੋ ਵੀ ਚਾਹੁੰਦੇ ਹਾਂ ਮੰਗ ਲੈਂਦੇ ਹਾਂ? ਅਸੀਂ ਵਾਹਿਗੁਰੂ ਨਾਲ ਕੀ ਕਰ ਰਹੇ ਹਾਂ? ਅਸੀਂ ਇੱਕ ਨਾਲ ਕੀ ਕਰ ਰਹੇ ਹਾਂ? ਅਸੀਂ ਉਹ ਕੀਤਾ ਹੈ ਜੋ ਸਾਡੇ ਸਵਾਰਥ ਨਾਲ ਸਾਡੀ ਮਦਦ ਕਰਦਾ ਹੈ। ਅਸੀਂ ਰੱਬ ਦਾ ਇੱਕ ਚਿੱਤਰ ਬਣਾਇਆ ਹੈ ਜੋ ਸਾਡੇ ਸਵਾਰਥਾਂ ਵਿੱਚ ਸਹਾਇਤਾ ਕਰਦਾ ਹੈ ਕਿਉਂਕਿ ਅਸੀਂ ਉਸ ਤੋਂ ਸਵਾਰਥੀ ਚੀਜ਼ਾਂ ਮੰਗ ਸਕਦੇ ਹਾਂ। ਪਰ ਸਿੱਖੀ ਚੀਜ਼ਾਂ ਮੰਗਣ ਦਾ ਮਾਰਗ ਨਹੀਂ ਹੈ। ਸਿੱਖੀ ਚੀਜ਼ਾਂ ਪ੍ਰਾਪਤ ਕਰਨ ਦਾ ਮਾਰਗ ਨਹੀਂ ਹੈ। ਗੁਰੂ ਦੀ ਮੱਤ ਨੂੰ ਸਮਝਣ ਲਈ ਤੁਹਾਨੂੰ ਦੇਣਾ ਪਏਗਾ, ਤੁਹਾਨੂੰ ਆਪਣੇ ਆਪ ਨੂੰ ਦੇਣਾ ਪਏਗਾ, ਤੁਹਾਨੂੰ ਆਪਣਾ ਮਨ ਅਰਪਣ ਕਰਨਾ ਪਏਗਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਐ ਪਾਈਐ, ਹੁਕਮ ਮੰਨਿਓ ਗੁਰੂ ਕੇਰਾ। ਮਨ ਅਰਪਣ ਕਰੋ, ਸਰੀਰ ਅਰਪਣ ਕਰੋ, ਜੋ ਕੁਝ ਤੁਹਾਡੇ ਕੋਲ ਹੈ ਸਭ ਗੁਰੂ ਨੂੰ ਦੇ ਦਿਓ ਅਤੇ ਜੋ ਗੁਰੂ ਅਸਲ ਵਿੱਚ ਕਹਿ ਰਿਹਾ ਹੈ ਉਸ ਨੂੰ ਸਵੀਕਾਰ ਕਰੋ, ਨਾ ਕਿ ਜੋ ਤੁਹਾਡੇ ਅਨੁਸਾਰ ਗੁਰੂ ਕਹਿ ਰਿਹਾ ਹੈ। ਬਹੁਤ ਮੁਸ਼ਕਿਲ ਹੈ ਨਾ? ਹਰ ਸਮੇਂ ਅਸੀਂ ਸੋਚਦੇ ਹਾਂ ਕਿ ਅਸਲ ਵਿੱਚ ਗੁਰੂ ਨੂੰ ਸੁਣ ਰਹੇ ਹਾਂ, ਪਰ ਸ਼ਾਇਦ ਅਸੀਂ ਨਹੀਂ ਸੁਣ ਰਹੇ ਹੁੰਦੇ। ਤੁਹਾਨੂੰ ਆਪਣੇ ਵਿਚਾਰਾਂ ਨੂੰ ਬਦਲਣ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਗੁਰੂ ਜੀ ਕਹਿ ਰਹੇ ਹਨ ਕਿ ਤੁਸੀਂ ਰੱਬ ਤੋਂ ਵੱਖਰੇ ਨਹੀਂ ਹੋ। ਆਓ ਇਸ ਪਾਣੀ ਦੀ ਉਦਾਹਰਣ ਨੂੰ ਹੋਰ ਅੱਗੇ ਲੈ ਜਾਈਏ, ਬੂੰਦ ਦੀ ਉਦਾਹਰਣ ਨੂੰ। ਗੁਰੂ ਜੀ ਨੇ ਪਹਿਲਾਂ ਹੀ ਕਿਹਾ ਹੈ ਕਿ ਤੁਸੀਂ ਪਾਣੀ ਹੋ, ਤੁਸੀਂ ਮੱਛੀ ਹੋ। ਅਸੀਂ ਪਾਣੀ ਦੀ ਬੂੰਦ ਵਾਂਗ ਹਾਂ ਜੋ ਸਮੁੰਦਰ ਵਿੱਚ ਹੈ। ਇਸ ਦਾ ਮਤਲਬ ਅਸੀਂ ਰੱਬ ਵਿੱਚ ਹਾਂ ਤੇ ਰੱਬ ਸਾਡੇ ਵਿੱਚ ਹੈ। ਭਗਤ ਨਾਮਦੇਵ ਜੀ ਹੋਰ ਅੱਗੇ ਬਿਆਨ ਕਰਦੇ ਹਨ। ਭਗਤ ਜੀ ਅੰਗ 485 ਤੇ ਕਹਿੰਦੇ ਹਨ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ। ਇੱਕ ਬਹੁਤ ਸਾਰੀਆਂ ਵੱਖਰੀਆਂ ਚੀਜ਼ਾਂ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਅਤੇ ਇਹ ਇੱਕ ਚੀਜ਼ ਹੈ ਪਰ ਇਸ ਦੇ ਬਹੁਤ ਸਾਰੇ ਰੂਪ ਹਨ। ਜਾਪ ਸਾਹਿਬ ਵਿੱਚ ਵੀ ਅਸੀਂ ਇਹੀ ਵੇਖਦੇ ਹਾਂ, ਏਕ ਹੈ, ਅਨੇਕ ਹੈ, ਫਿਰ ਏਕ ਹੈ। ਇਹ ਬਹੁਤ ਰੂਪਾਂ ਵਿੱਚ ਦਿਖਦਾ ਹੈ ਪਰ ਅਸਲ ਵਿੱਚ ਸਿਰਫ ਇੱਕ ਹੈ। ਭਗਤ ਨਾਮਦੇਵ ਜੀ ਵੀ ਇਹੀ ਗੱਲ ਕਰਦੇ ਹਨ। ਏਕ ਅਨੇਕ ਵਿਆਪਕ ਪੂਰਕ, ਇੱਕ ਵਿੱਚ ਅਤੇ ਅਨੇਕਾਂ ਵਿੱਚ, ਉਹੀ ਇੱਕ ਸਾਰਿਆਂ ਵਿੱਚ ਹੈ। ਜਤ ਦੇਖੋ ਤਤ ਸੋਈ। ਮੈਂ ਜਿੱਥੇ ਵੀ ਵੇਖਦਾ ਹਾਂ ਉਸ ਨੂੰ ਹੀ ਵੇਖਦਾ ਹਾਂ। ਇਹ ਉਹਨਾਂ ਲੋਕਾਂ ਦੇ ਸ਼ਬਦ ਹਨ ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਹੈ।
ਉਹਨਾਂ ਨੇ ਅਭਿਆਸ ਕੀਤਾ ਹੈ, ਆਪਣੀ ਸੋਚ ਨੂੰ ਛੱਡ ਦਿੱਤਾ ਹੈ, ਇਸ ਨੂੰ ਮਹਿਸੂਸ ਕੀਤਾ ਹੈ ਅਤੇ ਨਵੀਂ ਬੁੱਧੀ ਦੀ ਦਾਤ ਮਿਲੀ ਹੈ ਕਿ ਦੁਨੀਆ ਨੂੰ ਗੁਰੂ ਅਨੁਸਾਰ ਕਿਵੇਂ ਵੇਖ ਸਕਦੇ ਹਾਂ, ਅਤੇ ਕਹਿੰਦੇ ਹਨ, ਵਾਹਿਗੁਰੂ ਮੈਂ ਤੁਹਾਨੂੰ ਵੇਖ ਸਕਦਾ ਹਾਂ, ਮੈਂ ਇੱਕ ਰੱਬ ਨੂੰ ਸਾਰੇ ਵੱਖੋ ਵੱਖਰੇ ਰੂਪਾਂ ਵਿੱਚ ਵੇਖ ਸਕਦਾ ਹਾਂ। ਅਸੀਂ ਇਸ ਨੂੰ ਕਿਉਂ ਨਹੀਂ ਵੇਖ ਸਕਦੇ? ਭਗਤ ਜੀ ਸਮਝਾਉਂਦੇ ਹਨ, ਮਾਇਆ ਚਿੱਤਰ ਬਚਿੱਤਰ ਬਿਮੋਹਿਤ ਬਿਰਲਾ ਬੂਝੈ ਕੋਈ। ਕਿਉਂਕਿ ਇਹ ਸਾਰੀਆਂ ਚੀਜ਼ਾਂ ਜੋ ਅਸੀਂ ਵੇਖਦੇ ਹਾਂ, ਇਹ ਸਭ ਵੱਖਰੀਆਂ ਲੱਗਦੀਆਂ ਹਨ। ਉਹਨਾਂ ਸਾਰਿਆਂ ਦੇ ਵੱਖਰੇ ਰੰਗ, ਵੱਖਰੇ ਆਕਾਰ, ਵੱਖਰੇ ਰੂਪ ਹਨ, ਅਤੇ ਇਹ ਸਾਰੇ ਅੰਤਰ ਬਹੁਤ ਹੀ ਮਨਮੋਹਕ ਅਤੇ ਉਲਝਣ ਵਾਲੇ ਹਨ। ਇਹ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਉਲਝਣ ਪੈਦਾ ਕਰਦੇ ਹਨ, ਅਤੇ ਇਸ ਦੇ ਕਾਰਨ ਅਸੀਂ ਜਿਸ ਵੀ ਚੀਜ਼ ਨੂੰ ਦੇਖਦੇ ਹਾਂ ਉਸ 'ਤੇ ਲੇਬਲ ਲਗਾਉਂਦੇ ਹਾਂ। ਅਸੀਂ ਆਦਮੀ ਔਰਤ, ਬੁੱਢਾ ਜਵਾਨ, ਦੋਸਤ ਦੁਸ਼ਮਣ ਦੇ ਲੇਬਲ ਲਗਾਉਂਦੇ ਹਾਂ। ਅਸੀਂ ਇਹੀ ਕਰਦੇ ਹਾਂ, ਹੈ ਨਾ? ਇਹਨਾਂ ਲੋਕਾਂ ਨੂੰ ਮੈਂ ਪਸੰਦ ਕਰਦਾ ਹਾਂ, ਇਹਨਾਂ ਨੂੰ ਮੈਂ ਪਸੰਦ ਨਹੀਂ ਕਰਦਾ। ਅਸੀਂ ਕਿਸੇ ਨੂੰ ਕਿਉਂ ਪਸੰਦ ਕਰਦੇ ਹਾਂ? ਕਿਉਂਕਿ ਉਸਨੇ ਸਾਨੂੰ ਚੰਗਾ ਮਹਿਸੂਸ ਕਰਾਇਆ ਹੈ, ਉਹਨਾਂ ਨੇ ਸਾਡੇ ਬਾਰੇ ਚੰਗੀਆਂ ਗੱਲਾਂ ਕੀਤੀਆਂ ਹਨ, ਉਹ ਸਾਡੀ ਹਉਮੈ ਵਧਾਉਂਦੇ ਹਨ। ਅਸੀਂ ਕਿਸੇ ਨੂੰ ਪਸੰਦ ਕਿਉਂ ਨਹੀਂ ਕਰਦੇ? ਕਿਉਂਕਿ ਉਹਨੇ ਬੁਰਾ ਬੋਲਿਆ ਹੈ ਅਤੇ ਉਹ ਸਾਡੀ ਹਉਮੈ ਨੂੰ ਠੇਸ ਪਹੁੰਚਾਉਂਦੇ ਹਨ। ਪਰ ਗੁਰੂ ਇੱਕ ਵੱਖਰੀ ਗੱਲ ਕਰ ਰਹੇ ਹਨ। ਗੁਰੂ ਜੀ ਕਹਿ ਰਹੇ ਹਨ, ਮੇਰਾ ਕੋਈ ਵੀ ਦੁਸ਼ਮਣ ਨਹੀਂ ਹੈ, ਨਿਰਵੈਰ। ਮੈਂ ਸਾਰਿਆਂ ਨਾਲ ਇੱਕੋ ਜਿਹਾ ਸਲੂਕ ਕਰਦਾ ਹਾਂ, ਮੈਂ ਉਹਨਾਂ ਸਾਰਿਆਂ ਵਿੱਚੋਂ ਇੱਕ ਨੂੰ ਵੇਖਦਾ ਹਾਂ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਨ ਆਈ। ਮੇਰਾ ਕੋਈ ਵੀ ਦੁਸ਼ਮਣ ਨਹੀਂ, ਕੋਈ ਵੀ ਅਜਨਬੀ ਨਹੀਂ, ਮੈਂ ਸਾਰਿਆਂ ਨਾਲ ਦੋਸਤੀ ਕੀਤੀ ਹੈ। ਕਿਉਂ? ਕਿਉਂਕਿ ਮੈਂ ਸਾਰਿਆਂ ਨੂੰ ਅਲੱਗ-ਅਲੱਗ ਨਹੀਂ ਵੇਖਦਾ, ਮੈਂ ਸਾਰਿਆਂ ਪਿੱਛੇ ਇੱਕ ਨੂੰ ਵੇਖਦਾ ਹਾਂ। ਇਸ ਲਈ ਭਗਤ ਜੀ ਕਹਿ ਰਹੇ ਹਨ ਕਿ ਇਹ ਅੰਤਰ ਜੋ ਅਸੀਂ ਵੇਖ ਰਹੇ ਹਾਂ ਉਹ ਸਾਨੂੰ ਉਲਝਾਉਂਦੇ ਹਨ। ਪਰ ਫਿਰ ਰਹਾਉ ਦੀ ਸਤਰ ਵਿੱਚ ਭਗਤ ਜੀ ਸਪਸ਼ਟ ਕਰਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਭ ਕੁਝ ਰੱਬ ਹੈ, ਸਭ ਕੁਝ ਰੱਬ ਹੈ, ਰੱਬ ਤੋਂ ਇਲਾਵਾ ਕੁਝ ਨਹੀਂ ਹੈ। ਇਹ ਗੁਰਬਾਣੀ ਵਿੱਚੋਂ ਹੈ, ਇਹ ਗੁਰਮਤਿ ਹੈ। ਅਸੀਂ ਇਹ ਕਿਉਂ ਨਹੀਂ ਕਹਿ ਰਹੇ ਕਿ ਇਹ ਰੱਬ ਹੈ, ਇਹ ਰੱਬ ਹੈ ਤੇ ਇਹ ਰੱਬ ਹੈ, ਇਹ ਰੱਬ ਹੈ। ਮੈਂ ਖੁਦ ਵੀ ਰੱਬ ਹਾਂ ਅਤੇ ਤੁਸੀਂ ਵੀ ਰੱਬ ਹੋ। ਅਸੀਂ ਇਹ ਕਿਉਂ ਨਹੀਂ ਕਹਿ ਰਹੇ? ਅਸੀਂ ਇਹ ਕਿਉਂ ਕਹਿ ਰਹੇ ਹਾਂ ਕਿ ਇਹ ਮੇਰਾ ਦੋਸਤ ਹੈ ਤੇ ਇਹ ਮੇਰਾ ਦੁਸ਼ਮਣ ਹੈ, ਇਹ ਸਿੱਖ ਹੈ, ਇਹ ਹਿੰਦੂ ਹੈ, ਇਹ ਮੁਸਲਮਾਨ ਹੈ? ਸਾਡੇ ਮਨ ਵਿੱਚ ਕਿਸ ਪ੍ਰਕਾਰ ਦੀ ਬੁੱਧੀ ਹੈ? ਕੀ ਇਹ ਗੁਰਮਤਿ ਹੈ? ਕੀ ਇਹ ਗੁਰੂ ਦੀ ਮੱਤ ਹੈ? ਭਗਤ ਜੀ ਇਸ ਪਾਣੀ ਦੀ ਸਮਾਨਤਾ ਨੂੰ ਲੈਂਦੇ ਹਨ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਜਲ ਤਰੰਗ ਅਰਫੇਨ ਬੁੱਧ ਬੁੱਧਾ, ਜਲ ਤੇ ਭਿੰਨ ਨਾ ਹੋਈ। ਪਾਣੀ ਦੀਆਂ ਲਹਿਰਾਂ, ਜਦੋਂ ਤੁਸੀਂ ਬੀਚ 'ਤੇ ਜਾਂਦੇ ਹੋ, ਤੁਸੀਂ ਸਮੁੰਦਰ ਨੂੰ ਵੇਖਦੇ ਹੋ ਤਾਂ ਤੁਸੀਂ ਲਹਿਰਾਂ ਉੱਠਦੀਆਂ ਵੇਖੀਆਂ ਹੋਣਗੀਆਂ। ਭਗਤ ਜੀ ਉਸ ਸਮਾਨਤਾ ਦੀ ਵਰਤੋਂ ਕਰ ਰਹੇ ਹਨ। ਲਹਿਰਾਂ ਉੱਠ ਰਹੀਆਂ ਹਨ, ਚਿੱਟੇ ਬੁਲਬੁਲੇ ਬਣ ਰਹੇ ਹਨ। ਪਾਣੀ ਅਤੇ ਲਹਿਰ ਇੱਕ ਦੂਜੇ ਤੋਂ ਵੱਖਰੇ ਨਹੀਂ ਹਨ, ਉਹ ਸਭ ਇੱਕ ਹਨ। ਇਸ ਦਾ ਮਤਲਬ ਹੈ ਕਿ ਤੁਸੀਂ ਅਤੇ ਮੈਂ ਸਾਰੇ ਇੱਕ ਸਮੁੰਦਰ ਦਾ ਹਿੱਸਾ ਹਾਂ, ਅਤੇ ਸਾਡੀ ਜ਼ਿੰਦਗੀ ਲਹਿਰ ਦੇ ਵਾਂਗ ਹੈ। ਇੱਕ ਲਹਿਰ ਕਿੰਨੀ ਦੇਰ ਤੱਕ ਰਹਿੰਦੀ ਹੈ? ਸਿਰਫ ਕੁਝ ਸਕਿੰਟ ਲਈ। ਕੀ ਤੁਸੀਂ ਕਦੇ ਲਹਿਰ ਵੱਲ ਵੇਖਦੇ ਹੋ ਅਤੇ ਕਹਿੰਦੇ ਹੋ ਉਹ ਲਹਿਰ ਸਮੁੰਦਰ ਤੋਂ ਵੱਖਰੀ ਹੈ? ਨਹੀਂ, ਅਸੀਂ ਕਹਿੰਦੇ ਹਾਂ ਉਹ ਸਮੁੰਦਰ ਦੀਆਂ ਹੀ ਲਹਿਰਾਂ ਹਨ। ਤਾਂ ਫਿਰ ਅਸੀਂ ਇਹ ਕਿਉਂ ਕਹਿੰਦੇ ਹਾਂ ਕਿ ਅਸੀਂ ਰੱਬ ਤੋਂ ਵੱਖਰੇ ਹਾਂ? ਅਸੀਂ ਰੱਬ ਦਾ ਹੀ ਹਿੱਸਾ ਹਾਂ। ਕਲਪਨਾ ਕਰੋ ਕਿ ਲਹਿਰ ਉੱਠਦੀ ਹੈ, ਕਹਿੰਦੀ ਹੈ ਸਮੁੰਦਰ ਕਿੱਥੇ ਹੈ? ਅਸੀਂ ਪੈਦਾ ਹੋਏ ਹਾਂ ਅਤੇ ਕਹਿੰਦੇ ਹਾਂ ਰੱਬ ਕਿੱਥੇ ਹੈ? ਲਹਿਰ ਇਹ ਨਹੀਂ ਸਮਝਦੀ ਕਿ ਉਹ ਹੀ ਸਮੁੰਦਰ ਹੈ। ਮਨੁੱਖ ਇਹ ਨਹੀਂ ਸਮਝਦਾ ਕਿ ਰੱਬ ਉਸ ਦੇ ਅੰਦਰ ਹੈ। ਇਸ ਲਈ ਕਈ ਵਾਰ ਗੁਰਬਾਣੀ ਵਾਰ-ਵਾਰ ਇਸ ਵਿਚਾਰ ਦੀ ਪੁਸ਼ਟੀ ਕਰਦੀ ਹੈ
ਅਤੇ ਤੁਸੀਂ ਵੇਖ ਸਕਦੇ ਹੋ ਕਿ ਲਹਿਰਾਂ, ਪਾਣੀ, ਬੂੰਦਾਂ ਦੀ ਇਹ ਖੂਬਸੂਰਤ ਉਦਾਹਰਣ ਭਗਤਾਂ ਗੁਰੂਆਂ ਵੱਲੋਂ ਲਈ ਗਈ ਹੈ। ਇੱਥੋਂ ਤੱਕ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿੱਚ ਵੀ ਇਹ ਉਦਾਹਰਣ ਪ੍ਰਗਟ ਹੁੰਦੀ ਹੈ। ਅਕਾਲ ਉਸਤਤ ਵਿੱਚ ਅਸੀਂ ਬਿਲਕੁਲ ਉਹੀ ਉਦਾਹਰਣ ਵੇਖਦੇ ਹਾਂ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ, ਪਾਨ ਕਹਿ ਤਰੰਗ ਸਬੈ ਪਾਨ ਹੀ ਕਹਾਏਂਗੇ। ਜਿਵੇਂ ਨਦੀ ਵਿੱਚ ਕੋਟ ਤਰੰਗ ਬਹੁਤ ਸਾਰੀਆਂ ਲਹਿਰਾਂ ਹੁੰਦੀਆਂ ਹਨ, ਉਹ ਪਾਣੀ ਦੀਆਂ ਲਹਿਰਾਂ ਨੂੰ ਪਾਣੀ ਹੀ ਕਿਹਾ ਜਾਂਦਾ ਹੈ। ਅਸੀਂ ਲਹਿਰ ਨੂੰ ਸਮੁੰਦਰ ਤੋਂ ਵੱਖਰਾ ਨਹੀਂ ਸਮਝਦੇ। ਇਸ ਲਈ ਕਿੰਨੇ ਗੁਰੂਆਂ ਤੇ ਭਗਤਾਂ ਦੀ ਬਾਣੀ ਦੀ ਲੋੜ ਹੈ ਜਦੋਂ ਤੱਕ ਅਸੀਂ ਅਸਲ ਵਿੱਚ ਉਸ ਬੁੱਧੀ ਨੂੰ ਆਪਣੇ ਮਨ ਵਿੱਚ ਨਹੀਂ ਲਿਆਉਂਦੇ। ਅਤੇ ਇਹ ਸਿਰਫ ਉਸ ਇੱਕ ਬਾਰੇ ਵਿਆਖਿਆ ਹੈ। ਅਸੀਂ ਅਜੇ ਤੱਕ ਓਂਕਾਰ ਤੇ ਨਹੀਂ ਪਹੁੰਚੇ, ਸਤਨਾਮ ਤੇ ਨਹੀਂ ਪਹੁੰਚੇ, ਕਰਤਾ ਪੁਰਖ ਬਾਰੇ ਨਹੀਂ ਬੋਲੇ ਹਾਂ। ਤਾਂ ਅਸੀਂ ਇਸ ਮਹੱਤਵਪੂਰਨ ਵਿਸ਼ੇ ਨੂੰ ਕਿਵੇਂ ਛੱਡ ਸਕਦੇ ਹਾਂ ਜਦੋਂ ਸਾਰੀ ਗੁਰਮਤਿ ਦੀ ਸ਼ੁਰੂਆਤ ਇੱਕ ਨਾਲ ਹੁੰਦੀ ਹੈ? ਅਸੀਂ ਬੈਠ ਕੇ ਚਰਚਾ ਨਹੀਂ ਕਰਦੇ ਕਿ ਇੱਕ ਕੀ ਹੈ, ਅਸੀਂ ਕਿਸ ਦੇ ਅੱਗੇ ਝੁਕ ਰਹੇ ਹਾਂ, ਅਸੀਂ ਕਿਸ ਨੂੰ ਪ੍ਰਾਰਥਨਾ ਕਰ ਰਹੇ ਹਾਂ। ਸਾਨੂੰ ਇਹ ਸਮਝਣਾ ਪਏਗਾ ਕਿ ਤੁਸੀਂ ਅਤੇ ਮੈਂ ਇਸ ਇੱਕ ਦਾ ਹਿੱਸਾ ਹਾਂ, ਕਿ ਜਿਸ ਪਰਮਾਤਮਾ ਲਈ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਉਹ ਇੱਥੇ, ਉੱਥੇ ਅਤੇ ਹਰ ਜਗ੍ਹਾ ਹੈ। ਪਰ ਇਸ ਦਾ ਕੀ ਮਤਲਬ ਹੈ? ਅਸੀਂ ਗੁਰੂ ਦੀ ਬੁੱਧੀ ਨਾਲ ਕੀ ਕਰਾਂਗੇ? ਇਹ ਸਾਡੀ ਜ਼ਿੰਦਗੀ ਨੂੰ ਕਿਵੇਂ ਬਦਲਦਾ ਹੈ? ਦੋਸਤਾਂ ਅਤੇ ਦੁਸ਼ਮਣਾਂ ਬਾਰੇ ਉਦਾਹਰਨਾਂ ਲੈਣ ਦਾ ਮਤਲਬ ਇਹ ਹੈ ਕਿ ਅਸਲ ਉਹ ਚੀਜ਼ਾਂ ਹਨ ਜਿਨ੍ਹਾਂ ਵਿੱਚੋਂ ਅਸੀਂ ਲੰਘਦੇ ਹਾਂ, ਅਸਲ ਤਜਰਬੇ ਹਨ। ਭਾਵੇਂ ਅਸੀਂ ਗੁਰੂ ਨੂੰ ਮੱਥਾ ਟੇਕਦੇ ਹਾਂ ਅਤੇ ਕਹਿੰਦੇ ਹਾਂ ਠੀਕ ਹੈ, ਮੈਂ ਸਭ ਵਿੱਚ ਰੱਬ ਨੂੰ ਮੰਨਦਾ ਹਾਂ, ਕੀ ਤੁਸੀਂ ਸਵੀਕਾਰ ਕਰ ਸਕਦੇ ਹੋ ਕਿ ਉਹ ਸਾਰੇ ਲੋਕ ਜਿਨ੍ਹਾਂ ਨੂੰ ਤੁਸੀਂ ਪਸੰਦ ਨਹੀਂ ਕਰਦੇ ਉਹ ਵੀ ਰੱਬ ਹਨ? ਤੁਸੀਂ ਕਹਿੰਦੇ ਹੋ ਉਹ ਰੱਬ ਕਿਵੇਂ ਹੋ ਸਕਦੇ ਹਨ? ਮੈਂ ਕਿਸੇ ਕਾਰਨ ਕਰਕੇ ਉਹਨਾਂ ਨੂੰ ਪਸੰਦ ਨਹੀਂ ਕਰਦਾ ਕਿਉਂਕਿ ਉਹਨਾਂ ਨੇ ਕੁਝ ਬੁਰਾ ਕੀਤਾ ਹੈ। ਸਾਰੇ ਬੁਰੇ ਲੋਕਾਂ ਬਾਰੇ ਕੀ ਸਾਰੇ ਬੁਰੇ ਲੋਕ ਵੀ ਰੱਬ ਹਨ? ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਬਕ ਸਿੱਖਣਾ ਬਹੁਤ ਮੁਸ਼ਕਿਲ ਹੈ ਕਿਉਂਕਿ ਅਸੀਂ ਇਸ ਨੂੰ ਸੋਚਣਾ ਪਸੰਦ ਨਹੀਂ ਕਰਦੇ। ਮਿਸਟਰ ਗॉड ਜਿਹੜਾ ਬੱਦਲਾਂ ਵਿੱਚ ਬੈਠਾ ਹੈ, ਚਿੱਟੀ ਦਾੜੀ ਵਾਲਾ, ਉਹ ਸਿਰਫ ਚੰਗੀਆਂ ਚੀਜ਼ਾਂ ਕਰ ਰਿਹਾ ਹੈ, ਉਹ ਸਿਰਫ ਚੰਗੀਆਂ ਚੀਜ਼ਾਂ ਕਰਦਾ ਹੈ। ਅਤੇ ਇਹ ਸੋਚਣ ਦਾ ਤਰੀਕਾ ਸਾਨੂੰ ਦੁਸ਼ਮਣ ਰੱਖਣ ਦੀ ਆਗਿਆ ਦਿੰਦਾ ਹੈ ਅਤੇ ਸੋਚਣ ਦਾ ਇਹ ਤਰੀਕਾ ਦੁਸ਼ਮਣ ਰੱਖਣ ਦੀ ਆਗਿਆ ਨਹੀਂ ਦਿੰਦਾ। ਅਤੇ ਇਹ ਬਹੁਤ ਮੁਸ਼ਕਿਲ ਹੈ। ਤੁਹਾਨੂੰ ਕਿਸੇ ਨੂੰ ਪਸੰਦ ਕਰਨ ਦੀ ਇਜਾਜ਼ਤ ਨਹੀਂ ਹੈ। ਤੁਸੀਂ ਆਪਣੇ ਆਪ ਨੂੰ ਗੁਰੂ ਦਾ ਸਿੱਖ ਕਹਿੰਦੇ ਹੋ ਤਾਂ ਤੁਹਾਨੂੰ ਕਿਸੇ ਨੂੰ ਨਾਪਸੰਦ ਕਰਨ ਦੀ ਆਗਿਆ ਵੀ ਨਹੀਂ ਹੈ। ਤੁਹਾਨੂੰ ਦੁਸ਼ਮਣ ਰੱਖਣ ਦੀ ਆਗਿਆ ਨਹੀਂ ਹੈ। ਤੁਹਾਨੂੰ ਸਾਰਿਆਂ ਨੂੰ ਇੱਕੋ ਚੀਜ਼ ਦੇ ਰੂਪ ਵਿੱਚ ਵੇਖਣਾ ਪਏਗਾ ਅਤੇ ਇਹ ਸਾਡੀ ਹਉਮੈ ਨੂੰ ਠੇਸ ਪਹੁੰਚਾਉਂਦਾ ਹੈ। ਅਸੀਂ ਕਹਿੰਦੇ ਹਾਂ ਉਹ ਮੈਂ ਸੋਚਦਾ ਸੀ ਕਿ ਦੁਨੀਆ ਵਿੱਚ ਚੰਗੇ ਲੋਕ ਹਨ ਅਤੇ ਮੈਂ ਸੋਚਦਾ ਹਾਂ ਕਿ ਦੁਨੀਆ ਵਿੱਚ ਬਹੁਤ ਬੁਰੇ ਲੋਕ ਵੀ ਹਨ। ਹਾਂ, ਇੱਥੇ ਹਨ, ਪਰ ਉਹ ਸਾਰੇ ਇੱਕ ਦਾ ਹਿੱਸਾ ਹਨ। ਅਤੇ ਇਹ ਇੱਕ ਮਹੱਤਵਪੂਰਨ ਪ੍ਰਸ਼ਨ ਦਾ ਉੱਤਰ ਦਿੰਦਾ ਹੈ ਜੋ ਅਸੀਂ ਹਮੇਸ਼ਾ ਸੁਣਦੇ ਹਾਂ, ਜੇ ਕੋਈ ਰੱਬ ਹੈ ਤਾਂ ਉਹ ਬੁਰੀਆਂ ਚੀਜ਼ਾਂ ਨੂੰ ਕਿਉਂ ਹੋਣ ਦਿੰਦਾ ਹੈ? ਇਸ ਕਿਸਮ ਦਾ ਪ੍ਰਸ਼ਨ ਅਜੇ ਵੀ ਉਸ ਕਿਸਮ ਦੇ ਰੱਬ ਬਾਰੇ ਗੱਲ ਕਰ ਰਿਹਾ ਹੈ ਜੋ ਬਹੁਤ ਦੂਰ ਹੈ। ਜੇ ਕੋਈ ਰੱਬ ਹੈ ਤਾਂ ਉਹ ਬੁਰੀਆਂ ਚੀਜ਼ਾਂ ਨੂੰ ਕਿਉਂ ਹੋਣ ਦਿੰਦਾ ਹੈ? ਜੇ ਅਸੀਂ ਅਜੇ ਵੀ ਰੱਬ ਸ਼ਬਦ ਦੀ ਵਰਤੋਂ ਕਰ ਰਹੇ ਹਾਂ ਤਾਂ ਅਸੀਂ ਅਜੇ ਵੀ ਉਸ ਮਿਸਟਰ ਗॉड ਬਾਰੇ ਗੱਲ ਕਰ ਰਹੇ ਹਾਂ। ਅਸੀਂ ਅਜੇ ਵੀ ਇਸ ਬਾਰੇ ਸੋਚ ਰਹੇ ਹਾਂ ਅਤੇ ਜਿੰਨਾ ਚਿਰ ਅਸੀਂ ਇਸ ਰੱਬ ਸ਼ਬਦ ਦੀ ਵਰਤੋਂ ਕਰਦੇ ਰਹਾਂਗੇ ਅਸੀਂ ਆਪਣੇ ਆਪ ਨੂੰ ਉਲਝਾਉਂਦੇ ਹਾਂ। ਕਿਉਂਕਿ ਜੇ ਤੁਸੀਂ ਕਹਿੰਦੇ ਹੋ ਮੈਂ ਰੱਬ ਵਿੱਚ ਵਿਸ਼ਵਾਸ ਕਰਦਾ ਹਾਂ ਤਾਂ ਤੁਸੀਂ ਅਸਲ ਵਿੱਚ ਕਹਿ ਰਹੇ ਹੋ ਮੈਂ ਉਸ ਆਦਮੀ ਵਿੱਚ ਵਿਸ਼ਵਾਸ ਕਰਦਾ ਹਾਂ। ਅਤੇ ਫਿਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਉਹ ਰੱਬ ਕਿੱਥੇ ਹੈ, ਤੁਸੀਂ ਕਹੋਗੇ ਮੈਨੂੰ ਨਹੀਂ ਪਤਾ, ਉਹ ਬਹੁਤ ਦੂਰ ਹੈ, ਮੈਂ ਉਸ ਨੂੰ ਕਦੇ ਵੇਖਿਆ ਨਹੀਂ। ਸੋ ਇਸ ਇੱਕ ਨੂੰ ਸਮਝਣ ਲਈ ਸ਼ਾਇਦ ਸਾਨੂੰ ਰੱਬ ਸ਼ਬਦ ਨੂੰ ਛੱਡਣ ਦੀ ਜ਼ਰੂਰਤ ਹੈ ਕਿਉਂਕਿ ਰੱਬ ਉਹ ਹੈ ਜੋ ਇੱਕ ਆਦਮੀ ਹੈ। ਆਓ ਸਰਲ ਸ਼ਬਦਾਂ ਦੀ ਵਰਤੋਂ ਕਰੀਏ ਜੋ ਗੁਰਬਾਣੀ ਦੇ ਇਸ ਗੁੰਝਲਦਾਰ ਸੰਦੇਸ਼ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੇ ਹਨ। ਜੇ ਅਸੀਂ ਕਹੀਏ ਕਿ ਜਿਸ ਬਾਰੇ ਅਸੀਂ ਸੱਚਮੁੱਚ ਗੱਲ ਕਰ ਰਹੇ ਹਾਂ ਉਸ ਇੱਕ ਦੇ ਬਾਰੇ,
ਉਹ ਰੱਬ ਬਾਰੇ ਨਹੀਂ ਬਲਕਿ ਜੀਵਨ ਬਾਰੇ ਹੈ। ਕੀ ਅਸੀਂ ਕਹਿ ਸਕਦੇ ਹਾਂ ਕਿ ਜੀਵਨ ਹਰ ਜਗ੍ਹਾ ਹੈ? ਤੁਸੀਂ ਕਹੋਗੇ ਹਾਂ, ਜੀਵਨ ਹਰ ਜਗ੍ਹਾ ਹੈ। ਭਾਵੇਂ ਕਮਰੇ ਵਿੱਚ ਕੋਈ ਵੀ ਨਾ ਹੋਵੇ, ਕਮਰੇ ਵਿੱਚ ਜੀਵਨ ਹੈ। ਹਾਂ, ਜੀਵਨ ਹਰ ਜਗ੍ਹਾ ਹੈ। ਜੀਵਨ ਹਵਾ ਵਿੱਚ ਹੈ। ਜੀਵਨ ਨੇੜੇ ਹੈ। ਜੇ ਮੈਂ ਤੁਹਾਨੂੰ ਪੁੱਛਦਾ ਹਾਂ ਕਿ ਤੁਹਾਡੇ ਅੰਦਰ ਜੀਵਨ ਹੈ, ਤੁਸੀਂ ਕਹੋਗੇ ਹਾਂ। ਕੀ ਮੈਂ ਜੀਵਨ ਦੇ ਅੰਦਰ ਹਾਂ? ਹਾਂ। ਕੀ ਉਹ ਜੀਵਨ ਜੋ ਤੁਹਾਡੇ ਅੰਦਰ ਹੈ ਉਹੀ ਜੀਵਨ ਹੈ ਜੋ ਹਰ ਕਿਸੇ ਦੇ ਅੰਦਰ ਹੈ? ਤੁਸੀਂ ਕਹੋਗੇ ਹਾਂ। ਆਓ ਇੱਕ ਹੋਰ ਸ਼ਬਦ ਦੀ ਵਰਤੋਂ ਕਰੀਏ। ਆਓ ਬ੍ਰਹਿਮੰਡ ਸ਼ਬਦ ਦੀ ਵਰਤੋਂ ਕਰੀਏ। ਕੀ ਬ੍ਰਹਿਮੰਡ ਹਰ ਜਗ੍ਹਾ ਹੈ? ਹਾਂ। ਕੀ ਬ੍ਰਹਿਮੰਡ ਇੱਥੇ ਹੈ? ਹਾਂ। ਕੀ ਤੁਸੀਂ ਬ੍ਰਹਿਮੰਡ ਦੇ ਵਿੱਚ ਹੋ? ਹਾਂ। ਕੀ ਤੁਹਾਡੇ ਅੰਦਰ ਬ੍ਰਹਿਮੰਡ ਹੈ? ਹਾਂ। ਕੀ ਉਹ ਬ੍ਰਹਿਮੰਡ ਜੋ ਤੁਹਾਡੇ ਅੰਦਰ ਹੈ ਉਹੀ ਬ੍ਰਹਿਮੰਡ ਹੈ ਜੋ ਹਰ ਕਿਸੇ ਦੇ ਅੰਦਰ ਹੈ? ਹਾਂ। ਤੁਸੀਂ ਕਹੋਗੇ ਬ੍ਰਹਿਮੰਡ ਕਿੱਥੇ ਹੈ? ਤੁਸੀਂ ਕਹਿੰਦੇ ਹੋ ਇੱਥੇ ਹੈ। ਇਹ ਹਰ ਜਗ੍ਹਾ ਹੈ। ਪਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਰੱਬ ਕਿੱਥੇ ਹੈ, ਕੀ ਤੁਸੀਂ ਰੱਬ ਦਾ ਹਿੱਸਾ ਹੋ? ਕੀ ਰੱਬ ਤੁਹਾਡੇ ਅੰਦਰ ਹੈ? ਤੁਸੀਂ ਕਹਿੰਦੇ ਹੋ ਮੈਨੂੰ ਨਹੀਂ ਪਤਾ, ਮੈਂ ਉਸ ਰੱਬ ਨੂੰ ਕਦੇ ਵੇਖਿਆ ਨਹੀਂ। ਤੁਸੀਂ ਵੇਖਦੇ ਹੋ, ਭਾਸ਼ਾ ਦੀ ਵਰਤੋਂ ਬਦਲਦੀ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੇ ਅੰਗਰੇਜ਼ੀ ਅਨੁਵਾਦਾਂ ਵਿੱਚ ਪਹਿਲੇ ਸ਼ਬਦ ਦਾ ਅਨੁਵਾਦ ਕੀਤਾ ਗਿਆ ਹੈ ਅਤੇ ਉਹ ਹੈ ਇੱਕ ਓਂਕਾਰ ਦਾ ਮਤਲਬ ਰੱਬ ਇੱਕ ਹੈ। ਇਹ ਪਹਿਲਾ ਅਨੁਵਾਦ ਹੀ ਗਲਤ ਹੈ। ਫਿਰ ਅਸੀਂ ਬਾਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਸਮਝਾਂਗੇ? ਇਹ ਉਹਨਾਂ ਗੁਰਸਿੱਖਾਂ ਤੇ ਕੋਈ ਇਲਜ਼ਾਮ ਨਹੀਂ ਹੈ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਵਾਦ ਲਈ ਸਮਰਪਿਤ ਕਰ ਦਿੱਤਾ ਹੈ। ਇਹ ਉਹਨਾਂ ਤੇ ਇਲਜ਼ਾਮ ਨਹੀਂ ਹੈ। ਸੋਚੋ ਕਿ ਕਿੰਨੀ ਵੱਡੀ ਸੇਵਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਪਾਠ ਪੜ੍ਹਿਆ ਹੋਵੇ, ਇਸ ਦਾ ਅਨੁਵਾਦ ਕਰਨ ਲਈ, ਇਸ ਬਾਰੇ ਸੋਚਣ ਲਈ ਬਹੁਤ ਸਮਾਂ ਬਿਤਾਇਆ ਹੋਵੇ। ਸੋ ਮੈਂ ਹਮੇਸ਼ਾ ਲੋਕਾਂ ਨੂੰ ਉਤਸ਼ਾਹਿਤ ਕਰਦਾ ਹਾਂ ਕਿ ਜੇ ਤੁਸੀਂ ਗੁਰਮੁਖੀ ਨੂੰ ਨਹੀਂ ਸਮਝਦੇ ਤਾਂ ਤੁਸੀਂ ਮੂਲ ਸ਼ਬਦਾਂ ਨੂੰ ਨਹੀਂ ਸਮਝਦੇ, ਅਨੁਵਾਦਾਂ ਦੀ ਵਰਤੋਂ ਕਰੋ, ਬਹੁਤ ਚੰਗੇ ਹਨ। ਪਰ ਤੁਸੀਂ ਉਹਨਾਂ ਅਨੁਵਾਦਾਂ ਤੱਕ ਨਹੀਂ ਰਹਿ ਸਕਦੇ ਕਿਉਂਕਿ ਸਿਰਫ ਅਨੁਵਾਦ ਪੜ੍ਹਨ ਨਾਲ ਬਹੁਤ ਕੁਝ ਰਹਿ ਜਾਂਦਾ ਹੈ। ਗੁਰਬਾਣੀ ਆਪਣੇ ਆਪ ਵਿੱਚ ਇੱਕ ਵਿਲੱਖਣ ਭਾਸ਼ਾ ਹੈ। ਸੋ ਉਹ ਰੱਬ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਉਸ ਨੇ ਸਾਨੂੰ ਉਲਝਾ ਦਿੱਤਾ ਹੈ। ਗੁਰਬਾਣੀ ਇੱਕ ਦੀ ਗੱਲ ਕਰ ਰਹੀ ਹੈ, ਸਭ ਗੋਬਿੰਦ ਹੈ। ਸੋ ਜੇ ਅਸੀਂ ਅਸਲ ਵਿੱਚ ਉਸ ਇੱਕ ਬਾਰੇ ਸਮਝ ਲੈਂਦੇ ਹਾਂ ਜਿਸ ਬਾਰੇ ਅਸੀਂ ਗੱਲ ਕਰ ਰਹੇ ਹਾਂ, ਇਹ ਸਭ ਕੁਝ ਬਦਲ ਦਿੰਦਾ ਹੈ। ਇਹ ਸਾਡੇ ਸੰਸਾਰ ਨੂੰ ਵੇਖਣ ਦੇ ਢੰਗ ਨੂੰ ਬਦਲ ਦਿੰਦਾ ਹੈ। ਇਹ ਆਪਣੇ ਆਪ ਨੂੰ ਸਮਝਣ ਦੇ ਤਰੀਕੇ ਨੂੰ ਬਦਲ ਦਿੰਦਾ ਹੈ ਅਤੇ ਤੁਹਾਡੇ ਵਿੱਚ ਮੈਂ ਦੀ ਭਾਵਨਾ ਘਟਣੀ ਸ਼ੁਰੂ ਹੋ ਜਾਂਦੀ ਹੈ। ਅਸੀਂ ਕਹਿੰਦੇ ਹਾਂ, ਕੀ ਮੇਰਾ ਅਸਤਿਤਵ ਨਹੀਂ ਹੈ? ਕੀ ਮੇਰੀ ਵਿਅਕਤੀਗਤ ਪਹਿਚਾਣ ਨਹੀਂ ਹੈ? ਨਹੀਂ, ਤੁਸੀਂ ਨਹੀਂ ਹੋ। ਇਸ ਨੂੰ ਹਉਮੈ ਕਿਹਾ ਜਾਂਦਾ ਹੈ। ਮੈਂ ਮਹੱਤਵਪੂਰਨ ਹਾਂ। ਗੁਰਬਾਣੀ ਕਹਿੰਦੀ ਤੁਹਾਨੂੰ ਇਹ ਛੱਡਣਾ ਪਏਗਾ। ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਰੱਬ ਕੀ ਹੈ, ਤੁਹਾਨੂੰ ਹਉਮੈ ਤੋਂ ਛੁਟਕਾਰਾ ਪਾਉਣਾ ਪਏਗਾ। ਜੇ ਤੁਸੀਂ ਅਧਿਆਤਮਕ ਯਾਤਰਾ ਤੇ ਹੋ ਅਤੇ ਕੋਈ ਤੁਹਾਨੂੰ ਪੁੱਛਦਾ ਹੈ ਕਿ ਤੁਸੀਂ ਸਿੱਖ ਕਿਉਂ ਹੋ, ਤੁਸੀਂ ਕਹਿੰਦੇ ਹੋ ਮੈਂ ਇੱਕ ਸਿੱਖ ਹਾਂ, ਮੈਂ ਇੱਕ ਯੋਗੀ ਹਾਂ, ਮੈਂ ਇੱਕ ਹਿੰਦੂ ਹਾਂ, ਮੈਂ ਇੱਕ ਮੁਸਲਮਾਨ ਹਾਂ, ਕਿਉਂਕਿ ਮੈਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਕੌਣ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ? ਹਉਮੈ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਜੇ ਮੈਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਮੈਂ ਕਦੇ ਵੀ ਰੱਬ ਨੂੰ ਨਹੀਂ ਲੱਭ ਸਕੇਗੀ, ਕਿਉਂਕਿ ਜਿੰਨਾ ਚਿਰ ਮੈਂ ਹੈ ਰੱਬ ਦੀ ਹੋਂਦ ਨਹੀਂ ਹੋ ਸਕਦੀ। ਜਿੰਨਾ ਚਿਰ ਮੈਂ ਹੋਂਦ ਵਿੱਚ ਰਹੇਗੀ, ਰੱਬ ਤੁਹਾਡੇ ਲਈ ਕਦੇ ਵੀ ਅਸਲੀਅਤ ਨਹੀਂ ਹੋਵੇਗਾ। ਕੀ ਇਹ ਗੁਰਮਤ ਹੈ? ਜਬ ਹਮ ਹੋਤੇ ਤਬ ਤੁਮ ਨਾਹੀਂ। ਜਿੰਨਾ ਚਿਰ ਮੈਂ ਮੌਜੂਦ ਹੈ ਮੈਂ ਤੁਹਾਨੂੰ ਨਹੀਂ ਵੇਖ ਸਕਦਾ, ਮੈਨੂੰ ਤੁਹਾਡੀ ਸਮਝ ਨਹੀਂ ਆ ਸਕਦੀ। ਅਬ ਤੁਮ ਹੀ, ਮੈਂ ਨਾਹੀਂ। ਹੁਣ ਜਦੋਂ ਮੈਂ ਜਾਣ ਗਿਆ ਹਾਂ ਕਿ ਤੁਸੀਂ ਕੀ ਹੋ ਤਾਂ ਮੈਂ ਖਤਮ ਹੋ ਗਈ ਹੈ। ਮੈਂ ਨੂੰ ਅਲੋਪ ਹੋਣਾ ਪਏਗਾ। ਜੇ ਮੈਂ ਰੱਬ ਨੂੰ ਲੱਭ ਰਿਹਾ ਹਾਂ ਤਾਂ ਮੈਂ ਰੱਬ ਨੂੰ ਨਹੀਂ ਲੱਭ ਸਕਦਾ। ਮੈਂ ਨੂੰ ਅਲੋਪ ਹੋਣਾ ਪਏਗਾ ਅਤੇ ਜਦੋਂ ਤੁਸੀਂ ਮੈਂ ਤੋਂ ਛੁਟਕਾਰਾ ਪਾ ਲੈਂਦੇ ਹੋ, ਸਿਰਫ ਰੱਬ ਰਹਿ ਜਾਂਦਾ ਹੈ। ਜੇ ਮੈਂ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤਾਂ ਮੈਂ ਰੱਬ ਨੂੰ ਨਹੀਂ ਲੱਭ ਸਕਦਾ। ਮੈਂ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਨੀ ਪੈਂਦੀ ਹੈ। ਗੁਰਮਤ ਦਾ ਮਾਰਗ ਤੁਹਾਡੇ ਲਈ ਰੱਬ ਨੂੰ ਲੱਭਣਾ ਨਹੀਂ ਹੈ। ਗੁਰਮਤ ਦਾ ਮਾਰਗ ਤੁਹਾਡੇ ਲਈ ਆਪਣੇ ਆਪ ਨੂੰ ਮਿਟਾਉਣਾ ਹੈ, ਆਪਣੀ ਸਮਝ ਨੂੰ ਮਿਟਾਉਣਾ ਹੈ ਕਿ ਮੈਂ ਇੱਥੇ ਹਾਂ ਅਤੇ ਇਹ ਸਮਝ ਲੈਣਾ ਕਿ ਰੱਬ ਇੱਥੇ ਹੈ, ਰੱਬ ਹਰ ਜਗ੍ਹਾ ਹੈ ਅਤੇ
ਹਰ ਜਗ੍ਹਾ ਜਿੱਥੇ ਮੈਂ ਵੇਖਦਾ ਹਾਂ ਉੱਥੇ ਰੱਬ ਹੈ। ਫਿਰ ਕੌਣ ਵੇਖ ਰਿਹਾ ਹੈ? ਰੱਬ ਰੱਬ ਨੂੰ ਵੇਖ ਰਿਹਾ ਹੈ। ਸਵੇਰੇ ਨਿਤਨੇਮ ਕੌਣ ਕਰ ਰਿਹਾ ਹੈ? ਰੱਬ ਰੱਬ ਦਾ ਨਿਤਨੇਮ ਕਰ ਰਿਹਾ ਹੈ। ਨਾਮ ਸਿਮਰਨ ਕੌਣ ਕਰ ਰਿਹਾ ਹੈ? ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਨਾਮ ਸਿਮਰਨ ਦਾ ਮਤਲਬ ਮੈਂ ਰੱਬ ਨੂੰ ਬੁਲਾ ਰਿਹਾ ਹਾਂ। ਅਸੀਂ ਨਾਮ ਸਿਮਰਨ ਨੂੰ ਰੱਬ ਨੂੰ ਬੁਲਾਉਣਾ ਬਣਾ ਦਿੱਤਾ ਹੈ। ਇਸ ਸਮਝ ਦੇ ਨਾਲ ਅਸੀਂ ਗੁਰਬਾਣੀ ਦੀ ਗਲਤ ਵਿਆਖਿਆ ਕਰ ਰਹੇ ਹਾਂ, ਕਿਉਂਕਿ ਗੁਰਬਾਣੀ ਵਿੱਚ ਬੈਰਾਗ ਵਰਗੀ ਬਾਣੀ ਹੈ, ਜਿੱਥੇ ਅਜਿਹਾ ਲੱਗਦਾ ਹੈ ਕਿ ਰੱਬ ਨੂੰ ਬੁਲਾ ਰਹੀ ਹੈ। ਸਾਡੇ ਕੋਲ ਇਸ ਤਰ੍ਹਾਂ ਦੇ ਸ਼ਬਦ ਹਨ ਜਿੱਥੇ ਗੁਰਬਾਣੀ ਕਹਿੰਦੀ ਹੈ, ਹੇ ਮੇਰੇ ਰੱਬ, ਮੇਰੇ ਕੋਲ ਵਾਪਿਸ ਆ ਜਾਓ, ਮੈਂ ਤੁਹਾਨੂੰ ਲੰਬੇ ਸਮੇਂ ਤੋਂ ਨਹੀਂ ਵੇਖਿਆ। ਪਰ ਇਹ ਰੱਬ ਦੂਰ ਨਹੀਂ ਹੈ, ਉਹ ਮਨ ਹੈ ਜੋ ਅੰਦਰਲੇ ਰੱਬ ਨਾਲ ਗੱਲ ਕਰ ਰਿਹਾ ਹੈ। ਵਾਪਿਸ ਆਓ, ਮੈਂ ਤੁਹਾਨੂੰ ਨਹੀਂ ਵੇਖ ਸਕਦਾ, ਪਰ ਇੱਕ ਪਲ ਲਈ ਮੈਂ ਤੁਹਾਨੂੰ ਵੇਖਿਆ ਹੋਵੇਗਾ। ਇੱਕ ਪਲ ਲਈ ਮੈਂ ਤੁਹਾਨੂੰ ਸਮਝ ਗਿਆ ਹੋਵਾਂਗਾ ਕਿ ਮੈਂ ਰੱਬ ਹਾਂ। ਪਰ ਜਿਵੇਂ ਹੀ ਮੈਂ ਦਰਬਾਰ ਤੋਂ ਬਾਹਰ ਗਿਆ, ਹਉਮੈ ਵਾਪਿਸ ਆ ਗਈ। ਇਸ ਲਈ ਪ੍ਰਸ਼ਨ ਇਹ ਹੈ ਕਿ ਜਦੋਂ ਤੁਸੀਂ ਦਰਬਾਰ ਤੋਂ ਬਾਹਰ ਚਲੇ ਜਾਂਦੇ ਹੋ ਤਾਂ ਬਾਹਰ ਕੌਣ ਜਾ ਰਿਹਾ ਹੈ? ਕੀ ਤੁਸੀਂ ਬਾਹਰ ਜਾ ਰਹੇ ਹੋ, ਜਾਂ ਤੁਸੀਂ ਆਪਣੀ ਹਉਮੈ ਨੂੰ ਇੱਥੇ ਛੱਡ ਦਿੱਤਾ ਹੈ? ਕੀ ਤੁਸੀਂ ਮੈਂ ਨੂੰ ਛੱਡ ਕੇ ਇਹ ਕਿਹਾ ਹੈ, ਮੈਂ ਇੱਥੇ ਮੈਂ ਨੂੰ ਛੱਡ ਕੇ ਜਾ ਰਿਹਾ ਹਾਂ? ਮੈਂ ਦਰਬਾਰ ਵਿੱਚ ਗਿਆ ਸੀ, ਪਰ ਇੱਕ ਦਰਬਾਰ ਤੋਂ ਬਾਹਰ ਜਾ ਰਿਹਾ ਹੈ। ਕਿਉਂਕਿ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜੇ ਤੁਸੀਂ ਇਸ ਮਾਰਗ ਤੇ ਚੱਲਣਾ ਹੈ ਤਾਂ ਤੁਹਾਨੂੰ ਕੁਝ ਛੱਡਣਾ ਪਏਗਾ। ਆਪਣੀ ਮੰਗਾਂ ਦੀ ਸੂਚੀ ਨਾਲ ਗੁਰੂ ਕੋਲ ਨਾ ਆਓ ਅਤੇ ਕੁਝ ਲੈ ਕੇ ਜਾਣ ਲਈ ਨਾ ਕਹੋ। ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਤੁਹਾਨੂੰ ਸਿਰ ਅਰਪਣ ਕਰਨਾ ਪਏਗਾ, ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿਰ ਹੀ ਮੰਗਿਆ ਸੀ। ਇਹ ਉਹੀ ਸੰਦੇਸ਼ ਹੈ। ਹਰ ਪਲ ਜਦੋਂ ਤੁਸੀਂ ਮੱਥਾ ਟੇਕਦੇ ਹੋ, ਹਉਮੈ ਨੂੰ ਛੱਡੋ। ਹਉਮੈ ਨੂੰ ਛੱਡੋ, ਇਸ ਨੂੰ ਗੁਰੂ ਦੇ ਚਰਨਾਂ ਵਿੱਚ ਛੱਡ ਦਿਓ। ਤਨ ਮਨ ਧਨ ਸਭ ਸੌਂਪ ਗੁਰ ਕੋ। ਇਹ ਸਭ ਕੁਝ ਗੁਰੂ ਨੂੰ ਦੇ ਦਿਓ, ਤਾਂ ਜੋ ਦਰਬਾਰ ਤੋਂ ਨਿਕਲਣ ਵਾਲਾ ਵਿਅਕਤੀ ਮੈਂ ਨਾ ਹੋਵੇ। ਉਹ ਵਿਅਕਤੀ ਜੋ ਬਾਹਰ ਜਾਂਦਾ ਹੈ ਉਹ ਇੱਕ ਹੈ। ਇੱਕ ਇੱਕ ਇੱਕ, ਉਹ ਇੱਕ ਹਰ ਜਗ੍ਹਾ ਹੈ। ਫਿਰ ਸ਼ਾਇਦ ਦਿਮਾਗ ਵਿੱਚ ਇਹ ਵਿਚਾਰ ਆ ਸਕਦਾ ਹੈ ਕਿ ਗੁਰਮਤਿ ਦਾ ਮਤਲਬ ਆਪਣੇ ਅੰਦਰ ਨੂੰ ਸਾਫ਼ ਕਰਨਾ ਹੈ। ਫਿਰ ਸ਼ਾਇਦ ਦਰਬਾਰ ਚੋਂ ਬਾਹਰ ਨਿਕਲਣ ਵਾਲਾ ਵਿਅਕਤੀ ਕਹਿ ਸਕਦਾ ਹੈ ਕਿ ਮੈਂ ਇੱਕ ਸਿੱਖ ਹਾਂ, ਕਿਉਂਕਿ ਉਹ ਵਿਅਕਤੀ ਜੋ ਇਹ ਕਹਿੰਦਾ ਹੈ ਕਿ ਮੈਂ ਇੱਕ ਸਿੱਖ ਹਾਂ ਜਾਣਦਾ ਹੈ ਕਿ ਮੇਰਾ ਅਸਤਿਤਵ ਨਹੀਂ ਹੈ, ਮੇਰੀ ਹੋਂਦ ਨਹੀਂ ਹੈ। ਇਸ ਲਈ ਮੈਂ ਕਹਿ ਸਕਦਾ ਹਾਂ, ਅਤੇ ਇਸ ਲਈ ਇਹ ਮੂੰਹ ਕਹਿ ਸਕਦਾ ਹੈ ਕਿ ਮੈਂ ਇੱਕ ਸਿੱਖ ਹਾਂ, ਕਿਉਂਕਿ ਇਹ ਸਿੱਖ ਨਹੀਂ ਹੈ। ਇਹ ਵਿਅਕਤੀਗਤ ਨਹੀਂ ਹੈ, ਇਹ ਹਉਮੈ ਨਹੀਂ ਹੈ ਜੋ ਗੱਲ ਕਰ ਰਹੀ ਹੈ, ਇਹ ਗੁਰੂ ਦੀ ਬੁੱਧ ਹੈ ਜੋ ਗੱਲ ਕਰ ਰਹੀ ਹੈ। ਜਾਂ ਕੀ ਤੁਸੀਂ ਅੱਜ ਵੀ ਦਰਬਾਰ ਤੋਂ ਬਾਹਰ ਜਾਓਗੇ ਅਤੇ ਆਲੇ ਦੁਆਲੇ ਵੇਖ ਕੇ ਕਹੋਗੇ ਕਿ ਇਹ ਉਹ ਵਿਅਕਤੀ ਹੈ ਜਿਸ ਨੂੰ ਮੈਂ ਪਸੰਦ ਨਹੀਂ ਕਰਦਾ? ਅਸੀਂ ਗੁਰੂ ਦੀ ਬੁੱਧ ਲੈਣੀ ਹੈ ਅਤੇ ਅਸਲ ਵਿੱਚ ਸਮਝਣਾ ਹੈ ਕਿ ਅਸੀਂ ਇਸ ਨਾਲ ਕੀ ਕਰ ਸਕਦੇ ਹਾਂ। ਗੁਰੂ ਜੀ ਸਾਨੂੰ ਬਹੁਤ ਹੀ ਵਿਹਾਰਕ ਸਲਾਹ ਦਿੰਦੇ ਹਨ। ਹੋ ਸਕਦਾ ਹੈ ਜਦੋਂ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਵੇਖਦੇ ਹੋ ਜਿਸ ਨੂੰ ਤੁਸੀਂ ਪਹਿਲਾਂ ਕਿਹਾ ਸੀ ਕਿ ਮੈਂ ਇਸ ਨੂੰ ਪਸੰਦ ਨਹੀਂ ਕਰਦਾ, ਸ਼ਾਇਦ ਤੁਸੀਂ ਹੁਣ ਮੱਥਾ ਟੇਕਣ ਤੋਂ ਬਾਅਦ ਕਹੋ, ਸਭ ਕੁਝ ਤੂੰ ਹੈ ਮੇਰੇ ਪਿਆਰੇ। ਮੈਂ ਆਪਣੇ ਦੁਸ਼ਮਣ ਵੱਲ ਨਹੀਂ ਵੇਖ ਰਿਹਾ, ਮੈਂ ਆਪਣੇ ਪਿਆਰੇ ਨੂੰ ਵੇਖ ਰਿਹਾ ਹਾਂ। ਭਾਈ ਕਨ੍ਹਈਆ ਜੀ ਕੀ ਕਰ ਰਹੇ ਸਨ? ਤੁਸੀਂ ਸਾਰੇ ਸਾਖੀ ਨੂੰ ਜਾਣਦੇ ਹੋ। ਉਹ ਜ਼ਖਮੀਆਂ ਨੂੰ ਪੱਟੀ ਕਰ ਰਹੇ ਸਨ, ਇਹ ਸੋਚੇ ਬਿਨਾਂ ਕਿ ਉਹ ਕਿਸ ਫੌਜ ਦੇ ਹਨ। ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ, ਉਹ ਕਹਿੰਦੇ, ਮੈਂ ਸਿਰਫ ਤੁਹਾਨੂੰ ਵੇਖਦਾ ਹਾਂ, ਮੈਂ ਨਹੀਂ ਵੇਖਦਾ ਕਿ ਕੌਣ ਦੋਸਤ ਹੈ ਤੇ ਕੌਣ ਦੁਸ਼ਮਣ। ਗੁਰਮਤਿ। ਭਾਈ ਕਨ੍ਹਈਆ ਜੀ ਨੂੰ ਇਸ ਸਮਝ ਦੀ ਬਖਸ਼ਿਸ਼ ਹੋਈ ਸੀ। ਕੀ ਤੁਸੀਂ ਅੱਜ ਆਪਣੀ ਪੁਰਾਣੀ ਸਮਝ ਨੂੰ ਇੱਥੇ ਛੱਡ ਦਿਓਗੇ? ਕਿਉਂਕਿ ਸੰਗਤ ਜੀ, ਤੁਸੀਂ ਨਹੀਂ ਜਾਣਦੇ ਕਿ ਤੁਹਾਨੂੰ ਕੱਲ੍ਹ ਵਾਪਸ ਆਉਣ ਦਾ ਮੌਕਾ ਮਿਲੇ ਜਾਂ ਨਾ। ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਕੋਲ ਕੱਲ੍ਹ ਹੈ ਜਾਂ ਨਹੀਂ। ਇਸ ਲਈ ਅੱਜ ਹੀ ਆਪਣੀ ਮੈਂ ਨੂੰ ਛੱਡ ਦਿਓ, ਹੁਣੇ। ਇਹ ਆਸਾਨ ਨਹੀਂ ਹੈ। ਜੇ ਤੁਸੀਂ ਗੁਰੂ ਲਈ ਇੱਕ ਮੰਗਾਂ ਦੀ ਸੂਚੀ ਬਣਾਉਣ ਜਾ ਰਹੇ ਹੋ, ਜੇ ਤੁਸੀਂ ਗੁਰੂ ਤੋਂ ਚੀਜ਼ਾਂ ਮੰਗਣ ਜਾ ਰਹੇ ਹੋ, ਸ਼ਾਇਦ ਇਹੀ ਚੀਜ਼ ਹੈ ਜੋ ਤੁਹਾਨੂੰ ਮੰਗਣੀ ਚਾਹੀਦੀ ਹੈ ਕਿ ਗੁਰੂ ਜੀ, ਇਸ ਹਉਮੈ ਨੂੰ ਦੂਰ ਲੈ ਜਾਓ, ਮੇਰਾ ਮਨ ਲੈ ਲਵੋ, ਮੇਰੇ ਸਵਾਰਥ ਨੂੰ ਲੈ ਲਵੋ, ਮੇਰੀ ਮੈਂ ਨੂੰ ਦੂਰ ਲੈ ਜਾਓ।
ਤਾਂ ਜੋ ਮੈਂ ਖਤਮ ਹੋ ਜਾਏ। ਗੁਰੂ ਜੀ ਨੂੰ ਕੁਝ ਦੇਣ ਲਈ ਕਹਿਣ ਦੀ ਬਜਾਏ ਗੁਰੂ ਜੀ ਨੂੰ ਕੁਝ ਲੈਣ ਲਈ ਕਹੋ। ਇਸ ਲਈ ਹੋਰ ਵੀ ਬਹੁਤ ਜ਼ਿਆਦਾ ਵਿਚਾਰ ਹਨ ਜੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸ਼ਬਦ ਸਿਰਫ ਇੱਕ 'ਤੇ ਬੈਠ ਕੇ ਕਰ ਸਕਦੇ ਹਾਂ। ਹੁਣ ਅਸੀਂ ਸਮਝ ਸਕਦੇ ਹਾਂ ਕਿ ਗੁਰਬਾਣੀ ਕਿਉਂ ਕਹਿ ਰਹੀ ਹੈ ਕਿ ਗ੍ਰੰਥ ਗਿਆਨ ਦਾ ਸਾਗਰ ਹੈ। ਇਹ ਸੱਚਮੁੱਚ ਇੱਕ ਸਮੁੰਦਰ ਹੈ, ਪਰ ਤੁਸੀਂ ਕਦੇ ਵੀ ਪੂਰੇ ਸਮੁੰਦਰ ਨੂੰ ਆਪਣੇ ਨਾਲ ਘਰ ਨਹੀਂ ਲੈ ਜਾ ਸਕਦੇ। ਤੁਹਾਨੂੰ ਇਸ ਸਮੁੰਦਰ ਵਿੱਚ ਡੁੱਬਣਾ ਪਏਗਾ। ਤੁਹਾਨੂੰ ਇਸ ਸਮੁੰਦਰ ਵਿੱਚ ਅਲੋਪ ਹੋਣਾ ਪਏਗਾ।